2023 ਤੇ 24 ਦਾ ਕੇਂਦਰੀ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 1 ਫਰਵਰੀ ਨੂੰ ਪੇਸ਼ ਕਰ ਦਿੱਤਾ ਹੈ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ ਤੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾਵਾਂ ਚੋਣਾਂ ਕਰਕੇ ਇਹ ਸਾਲ ਤੇ ਇਸ ਸਾਲ ਦਾ ਬਜਟ ਬਹੁਤ ਜ਼ਿਆਦਾ ਸਰਕਾਰ ਦੇ ਲਈ ਅਹਿਮ ਹੋ ਗਿਆ। ਮੋਦੀ ਸਰਕਾਰ ਦਾ ਦੂਜੇ ਕਾਰਜਕਾਲ ਦਾ ਇਹ ਆਖਰੀ ਪੂਰਨ ਬਜਟ ਹੋਣ ਕਰਕੇ ਆਮ ਜਨਤਾ ਰੋਜ਼ਗਾਰਾਂ ਵਾਲੇ ਤੇ ਐਮਐਸਐਮਈ ਵਾਲੇ ਸਾਰੇ ਵਰਗ ਦੀ ਨਜ਼ਰਾਂ ਮੋਦੀ ਸਰਕਾਰ ਦੇ ਇਸ ਬਜਟ ਤੇ ਟਿਕੀਆਂ ਹੋਈਆਂ ਸੀ ਤੇ ਬਹੁਤ ਉਮੀਦਾਂ ਵੀ ਸੀਗੀਆਂ ਤੇ ਭਾਰਤ ਦਾ ਇਹ ਅਜਿਹਾ ਬਜਟ ਹੈ ਜਿਹੜੇ ਇਸ ਸਮੇਂ ਦੇ ਵਿੱਚ ਪੇਸ਼ ਹੋਇਆ ਜਦੋਂ ਦੁਨੀਆ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੀ ਰਫ਼ਤਾਰ ਸਲੋ ਹੋ ਚੁੱਕੀ ਹੈ ਤੇ ਇਸ ਦੌਰਾਨ ਨਿਰਮਲਾ ਸੀਤਾਰਮਣ ਨੇ ਵੀ ਕਿਹਾ ਕਿ ਦੁਨੀਆ ਦੀਆਂ ਨਜ਼ਰਾਂ ਮੋਦੀ ਸਰਕਾਰ ਦੇ ਬਜਟ ਤੇ ਹਨ। ਅਜੇ 'ਚ ਉਹਨਾਂ ਨੇ ਕਈ ਵੱਡੇ ਐਲਾਨ ਵੀ ਕੀਤੇ ਨੇ। ਆਮ ਆਦਮੀ ਦੀ ਝੋਲੀ ਦੇ ਵਿੱਚ ਕੀ ਆਇਆ ਇਸ ਦੌਰਾਨ ਆਓ ਜਾਣਦੇ ਹਾਂ। ਬਜਟ 2023 ਦੇ ਵਿੱਚ ਕੀ ਸਸਤਾ ਹੋਇਆ ਹੈ ਤੇ ਕੀ ਮਹਿੰਗਾ ਹੋਇਆ ਹੈ। ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਣ ਨੇ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ 7 ਲੱਖ ਰੁਪਏ ਤੱਕ ਦੇ ਸਾਲਾਨਾ ਆਮਦਨ ਹੋਣ ਤੱਕ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਕੱਪੜੇ ਅਤੇ ਖੇਤੀਬਾੜੀ ਨੂੰ ਛੱਡ ਕੇ ਹੋਰ ਵਸਤੂਆਂ ਤੇ ਕਸਟਮ ਡਿਊਟੀ 21% ਤੋਂ ਘਟਾ ਕੇ 13% ਕਰ ਦਿੱਤੀ ਗਈ ਹੈ। ਇਲੈਕਟ੍ਰੋਨਿਕਸ ਵਹੀਕਲ ਸਸਤੇ ਹੋਣਗੇ ਤੇ ਇਹਨਾਂ ਉੱਤੇ ਕਸਟਮ ਡਿਊਟੀ ਵੀ ਹਟਾਈ ਜਾਵੇਗੀ। ਸੀਨੀਅਰ ਨਾਗਰਿਕ ਬਚਤ ਯੋਜਨਾ ਦੀ ਹੱਦ 15 ਲੱਖ ਰੁਪਏ ਤੋਂ ਵਧਾ ਕੇ ਹੁਣ 30 ਲੱਖ ਕਰ ਦਿੱਤੀ ਗਈ ਹੈ। ਔਰਤਾਂ ਲਈ ਨਵੇਂ ਵਿਸ਼ੇਸ਼ ਬਚਤ ਸਕੀਮ ਲਾਗੂ ਕੀਤੇ ਜਾਣਗੀਆਂ। ਸਾਲ 2025 ਤੱਕ ਮਹਿਲਾ ਸਨਮਾਨ ਯੋਜਨਾ ਜਾਰੀ ਰਹੇਗੀ ਤੇ ਮਹਿਲਾ ਬਚਤ ਯੋਜਨਾ ਵਿੱਚ 2 ਲੱਖ ਨਿਵੇਸ਼ ਦੀ ਛੂਟ ਹੋਵੇਗੀ। ਮੋਬਾਈਲ ਫੋਨ ਸਸਤੇ ਹੋਣਗੇ। ਪੁਰਜਿਆਂ ਤੇ ਲੱਗਣ ਵਾਲਾ ਕਸਟਮ ਡਿਊਟੀ ਉਹ ਵੀ ਕੱਟ ਜਾਵੇਗਾ। ਨਿਸ਼ਚਿਤ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਦੇ ਵਿੱਚ ਪੈਨ ਕਾਰਡ ਨੂੰ ਪਛਾਣ ਪੱਤਰ ਵਜੋਂ ਵਰਤਿਆ ਜਾਵੇਗਾ। ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਉਣ ਲਈ ਪੁਰਾਣੇ ਸਰਕਾਰੀ ਵਾਹਨਾਂ ਅਤੇ ਐਂਬੂਲੈਂਸ ਨੂੰ ਬਦਲਣ ਲਈ ਫੰਡ ਅਲਾਟ ਕੀਤੇ ਜਾਣਗੇ। 5G ਲਈ ਨਵੀਆਂ 100 ਯਾਨੀ ਕਿ 100 ਪ੍ਰਯੋਗਸ਼ਾਲਾਵਾਂ ਦਾ ਨਿਰਮਾਣ ਕੀਤਾ ਜਾਵੇਗਾ। ਐਮਐਸਐਮਈ ਲਈ ਨਵੀਂ ਡਿਜੀਟਲ ਲੋਕਰ ਯੋਜਨਾ ਲਾਗੂ ਕੀਤੀ ਜਾਵੇਗੀ। ਖੇਤੀ ਲੋਨ ਲਈ 20 ਲੱਖ ਕਰੋੜ ਦਾ ਫੰਡ ਰੱਖਿਆ ਗਿਆ ਹੈ ਤੇ ਹੁਣ ਨਗਰ ਨਿਗਮ ਆਪਣੇ ਬੌਂਡ ਲਾ ਸਕਦੇ ਨੇ। ਕਾਰੋਬਾਰ ਲਈ KYC ਨੂੰ ਹੋਰ ਵੀ ਆਸਾਨ ਕੀਤਾ ਜਾਵੇਗਾ। ਕਾਰੋਬਾਰ ਦੇ ਵਿੱਚ ਪੈਨ ਕਾਰਡ ਨੂੰ ਆਮ ਪਛਾਣ ਦਾ ਦਰਜਾ ਦਿੱਤਾ ਜਾਵੇਗਾ। PM ਆਵਾਸ ਯੋਜਨਾ ਦਾ ਫੰਡ ਬਣਾਇਆ ਜਾਵੇਗਾ। ਸਰਹੱਦੀ ਖੇਤਰਾਂ ਨੂੰ ਸੈਰ ਸਪਾਟਾ ਨੂੰ ਵਧੀਆ ਬਣਾਉਣ ਲਈ ਵਿਸ਼ੇਸ਼ ਸਹਾਇਤਾ ਕੇਂਦਰ ਵੱਲੋਂ ਦਿੱਤੀ ਜਾਵੇਗੀ। MSME ਲਈ 1 ਅਪ੍ਰੈਲ 2023 ਤੋਂ 9000 ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਸਕੀਮ ਲਾਗੂ ਕੀਤੀ ਜਾਵੇਗੀ। ਰੇਲਵੇ ਲਈ 2 ਕਰੋੜ 4 ਲੱਖ ਦਾ ਬਜਟ ਪਾਸ ਕੀਤਾ ਜਾਵੇਗਾ। ਨਵੀਆਂ ਯੋਜਨਾ ਲਈ 75000 ਕਰੋੜ ਦੀ ਵਿਵਸਥਾ ਕੀਤੀ ਜਾਵੇਗੀ। ਟੀਚਰਸ ਦੀ ਟ੍ਰੇਨਿੰਗ ਲਈ ਵਿਸ਼ੇਸ਼ ਇੰਸਟੀਟਿਊਸ਼ਨ ਖੋਲੇ ਜਾਣਗੇ। ਐਗਰੀਕਲਚਰ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕੀਤਾ ਜਾਵੇਗਾ। ਬਿਮਾਰੀਆਂ ਮੁਕਤ ਹੈਲਥ ਸਿਸਟਮ ਲਈ 2200 ਕਰੋੜ ਦਾ ਐਲਾਨ ਕੀਤਾ ਗਿਆ ਹੈ। ਐਗਰੀਕਲਚਰ ਕ੍ਰੈਡਿਟ ਲਈ 20 ਲੱਖ ਕਰੋੜ ਦਾ ਐਲਾਨ ਕੀਤਾ ਗਿਆ। ਮੁਫਤ ਅਨਾਜ ਲਈ 2 ਲੱਖ ਕਰੋੜ ਦੀ ਵਿਵਸਥਾ ਕੀਤੀ ਜਾਵੇਗੀ। ਆਦੀਵਾਸੀਆਂ ਦੇ ਵਿਕਾਸ ਲਈ 15000 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ। 157 ਨਵੇਂ ਨਰਸਿੰਗ ਕਾਲਜ ਬਣਾਏ ਜਾਣਗੇ। ਨੈਸ਼ਨਲ ਚਿਲਡਰਨ ਲਾਇਬ੍ਰੇਰੀ ਬਣਾਈ ਜਾਵੇਗੀ। ਕਰਨਾਟਕ ਲਈ ਪਾਣੀ ਤੇ ਸਿੰਚਾਈ ਲਈ ਕਰੋੜਾਂ ਦੀ ਵਿਵਸਥਾ ਕੀਤੀ ਗਈ ਹੈ। 53000 ਕਰੋੜ ਦੀ ਵਿਵਸਥਾ। ਸੈਂਟਰਲ ਗਵਰਨਮੈਂਟ 38000 ਟੀਚਰਸ ਦੀ ਭਰਤੀ ਕਰੇਗਾ। 2047 ਤੱਕ ਅਨੀਮੀਆ ਨੂੰ ਖਤਮ ਕਰਨ ਦਾ ਟੀਚਾ ਲਿੱਤਾ ਗਿਆ ਤੇ ਡਿਜੀਟਲ ਲਾਇਬ੍ਰੇਰੀ ਦੀ ਨਵੀਂ ਰਾਸ਼ਟਰੀ ਯੋਜਨਾ ਲਾਗੂ ਕਰ ਦਿੱਤੀ ਜਾਵੇਗੀ। ਖੇਤੀਬਾੜੀ ਨਾਲ ਜੁੜੇ ਸਟਾਰਟਅਪ ਨੂੰ ਪਹਿਲ ਦਿੱਤੀ ਜਾਵੇਗੀ। ਇਸ ਬਜਟ ਨੂੰ ਥੋੜਾ ਹੋਰ ਸਿੰਪਲ ਤੇ ਆਸਾਨ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਬਜਟ ਐਕਸਪਰਟ ਪ੍ਰੋਫੈਸਰ ਰਾਜੀਵ ਖੋਸਲਾ ਜੀ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰਾਜੀਵ ਜੀ। ਜੀ ਰਾਜੀਵ ਜੀ, ਇੱਕ ਆਮ ਇਨਸਾਨ ਜਿਹੜਾ ਕੰਮਕਾਜੀ ਇਨਸਾਨ ਆ, EMPLOYER ਆ ਜਾਂ ਫਿਰ ਆਪਣਾ ਬਿਜ਼ਨਸ ਰਨ ਕਰ ਰਿਹਾ, MSME ਕਰ ਰਿਹਾ, ਉਸ ਨੂੰ ਇਹ ਮਤਲਬ ਆ ਕਿ ਉਸ ਦੇ ਲਈ ਕੀ ਰੱਖਿਆ ਗਿਆ ਇਸ ਬਜਟ ਦੇ ਵਿੱਚ ਸਿੰਪਲ ਲੈਂਗੁਏਜ ਦੇ ਵਿੱਚ? देखो जी, MSMEs ਦੇ ਨੂੰ ਲੈ ਕੇ ਵੀ ਸਮੱਸਿਆ ਇਹ ਹੈ ਕਿ ਮੈਡਮ ਨੇ ਫਾਈਨਾਂਸ ਮਿਨਿਸਟਰ ਨੇ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਛੋਟੇ ਸਨਅਤੀ ਜਾਂ ਛੋਟੀਆਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਲਈ ਅਸੀਂ ਜਿਹੜੀ ECLGS ਹੈ
ਜਿਹੜੀ ਕਿ ਉਹਨਾਂ ਨੂੰ ਪੈਸਾ ਮਿਲਦਾ ਹੈ, ਫਾਈਨਾਂਸ ਦੀ ਸਕੀਮ ਹੈ, ਉਹਨਾਂ ਨੂੰ ਅਸੀਂ ਵਿੱਤ ਮੁਹੱਈਆ ਕਰਾਉਂਦੇ ਰਵਾਂਗੇ। ਪੈਸਾ ਤਾਂ ਮਿਲਦਾ ਰਹੇਗਾ। ਪੁਰਾਣੀਆਂ ਜਿਹੜੀਆਂ ਸਕੀਮਾਂ ਕੋਰੋਨਾ ਦੇ ਟਾਈਮ ਤੇ ਘੜੀਆਂ ਸਨ, ਉਹ ਵਾਲੀਆਂ ਸਕੀਮਾਂ ਜਾਰੀ ਰਹਿਣਗੀਆਂ 1 ਸਾਲ ਦੇ ਲਈ ਹੋਰ, ਤੇ ਇਹ ਤਾਂ ਉਹਨਾਂ ਨੇ ਬੜਾ ਕਲੀਅਰਲੀ ਕਿਹਾ। ਲੇਕਿਨ ਉਹਦੇ ਵਿੱਚ ਵੀ ਇੱਕ ਚੀਜ਼ ਜਿਹੜੀ ਮਿਸਿੰਗ ਹੈ ਕਿ ਜਿਹੜੀਆਂ ਛੋਟੀਆਂ ਛੋਟੇ ਸਨਅਤੀ ਖੇਤਰ ਦੇ ਵਿੱਚ ਜਿਹੜੀਆਂ ਛੋਟੀਆਂ ਇਕਾਈਆਂ ਬੰਦ ਹੋ ਗਈਆਂ, ਇਹ ਤਾਂ ਉਹਨਾਂ ਦੇ ਲਈ ਹੈ ਜਿਹੜੀਆਂ ਬਚੀਆਂ ਹੋਈਆਂ, ਜਿਹੜੀਆਂ ਇਸ ਟਾਈਮ ਆਪਰੇਸ਼ਨਲ ਜਿਹੜੀਆਂ ਰਨ ਕਰ ਰਹੀਆਂ ਨੇ। ਬਟ ਵਾਟ ਅਬਾਊਟ ਦੋਜ਼ ਵਿਚ ਹੈਵ ਸੀਜ਼ਡ ਟੂ ਐਗਜ਼ਿਸਟ, ਜਿਹੜੀਆਂ ਖਤਮ ਹੋ ਗਈਆਂ, ਉਹਨਾਂ ਦੇ ਲਈ ਇਹਦੇ ਵਿੱਚ ਬਜਟ ਦੇ ਵਿੱਚ ਕਿਸੇ ਤਰੀਕੇ ਦੀ ਪ੍ਰੋਵੀਜ਼ਨ ਨਹੀਂ ਰੱਖੀ ਗਈ। ਇਸ ਦੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਅਸੀਂ ਜਿਹੜੀਆਂ ਛੋਟੀਆਂ ਇਕਾਈਆਂ ਨੇ ਜਿਨ੍ਹਾਂ ਨੇ ਸਰਕਾਰ ਨੂੰ ਚੀਜ਼ਾਂ ਮੁਹੱਈਆ ਕਰਵਾਉਣੀਆਂ ਸੀ ਕਰੋਨਾ ਦੇ ਵੇਲੇ, ਲੇਕਿਨ ਉਹ ਨਹੀਂ ਜਿਹੜੀ ਆਪਣੀਆਂ ਚੀਜ਼ਾਂ ਨੇ ਮੁਹੱਈਆ ਕਰਵਾ ਸਕੀਆਂ ਸਰਕਾਰ ਨੂੰ, ਤੇ ਸਰਕਾਰ ਨੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਸੀ ਉਹਨੂੰ ਜ਼ਬਤ ਕਰ ਲਿਆ ਸੀ। ਤਾਂ ਉਹ ਜਿਹੜਾ ਪੈਸਾ ਹੈ ਹੁਣ ਸਰਕਾਰ ਕਹਿ ਰਹੀ ਕਿ ਅਸੀਂ ਰਿਲੀਜ਼ ਕਰ ਦਾਂਗੇ ਛੋਟੀਆਂ ਇਕਾਈਆਂ ਦਾ ਜਿਹੜਾ ਪੈਸਾ ਜ਼ਬਤ ਕੀਤਾ ਸੀ 2020-21 ਦੇ ਵਿੱਚ, ਉਹ ਪੈਸਾ ਹੁਣ ਅਸੀਂ ਇਹਨਾਂ ਨੂੰ 95% ਮੋੜ ਦਾਂਗੇ। ਇਹ ਮੋਟੇ ਜਿਹੇ ਤੌਰ ਤੇ ਇਹਦੇ ਵਿੱਚ ਇਹੀ ਚੀਜ਼ਾਂ ਸਾਹਮਣੇ ਆਈਆਂ ਨੇ। ਤੇ ਹੋਰ ਕੋਈ ਇਸ ਤੋਂ ਜ਼ਿਆਦਾ ਇੱਕ ਚੀਜ਼ ਹੋਰ ਉਹਨਾਂ ਨੇ ਕਹੀ ਹੈ ਕਿ 1% ਮਾਰਕੀਟ ਦੀ ਜਿਹੜੀ ਵੀ ਦਰ ਹੋਏਗੀ ਉਸ ਤੋਂ ਘੱਟ ਰੇਟ ਦੇ ਉੱਤੇ 1% ਘੱਟ ਰੇਟ ਦੇ ਉੱਤੇ ਅਸੀਂ ਜਿਹੜਾ ਲੋਨ ਹੈ ਉਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਛੋਟੀਆਂ ਇਕਾਈਆਂ ਨੂੰ ਜਾਂ MSMEs ਨੂੰ। ਤੇ ਇਹ ਨਾਰਮਲ ਜੀਆਂ ਚੀਜ਼ਾਂ ਨੇ, ਕੋਈ ਵੱਡੀ ਕੁਝ ਖਾਸ ਡਿਫਰੈਂਸ ਨਹੀਂ ਦੇਖਿਆ ਗਿਆ ਕਿ ਕੁਝ ਖਾਸ ਪ੍ਰੋਫਿਟ ਨਹੀਂ ਹੋ ਰਿਹਾ ਫਿਰ ਇਸ ਬਜਟ ਦਾ MSME ਜਾਂ ਫਿਰ ਜਿਹੜੇ ਯੂਨਿਟ ਵਾਲੇ ਨੇ। ਚਾਹੀਦਾ ਇਦਾਂ ਸੀਗਾ ਮੈਡਮ, ਇਸ ਵੇਲੇ ਜਿਸ ਚੀਜ਼ ਦੀ ਰਿਕੁਆਇਰਮੈਂਟ ਸੀਗੀ, ਜੋ ਲੱਗਦਾ ਸੀਗਾ ਜਾਂ ਹੋਣਾ ਚਾਹੀਦਾ ਸੀ, ਉਹ ਚਾਹੀਦਾ ਸੀ ਵੀ ਇਹਨਾਂ ਨੂੰ ਛੋਟੀਆਂ ਜਿਹੜੀਆਂ ਇਕਾਈਆਂ ਨੇ ਉਹਨਾਂ ਨੂੰ ਵੱਡੀਆਂ ਇਕਾਈਆਂ ਦੇ ਨਾਲ ਲੈ ਕੇ ਜਾਂਦੇ, ਕਿਸੇ ਤਰੀਕੇ ਦੇ ਨਾਲ ਇਦਾਂ ਦਾ ਕੋਈ ਪ੍ਰਪੋਜ਼ਲ ਲੈ ਕੇ ਜਾਂਦੇ ਸਰਕਾਰ ਜਿਹੜੀ ਹੈ ਜਿਹਦੇ ਨਾਲ ਛੋਟੀਆਂ ਇਕਾਈਆਂ ਦੀ ਜਿਹੜੀ ਆਊਟਕਮ ਹੈ, ਉਹਨਾਂ ਦੀ ਜਿਹੜੀ ਪ੍ਰੋਡਕਟ ਹੈ ਉਹ ਵੱਡੀਆਂ ਦੇ ਵਿੱਚ ਜਾ ਕੇ ਇਸਤੇਮਾਲ ਹੋਵੇ, ਜੋ ਕਿ ਚਾਈਨਾ ਦਾ ਮਾਡਲ ਹੈ। ਜਦੋਂ ਅਸੀਂ ਚਾਈਨਾ ਵੱਲ ਨੂੰ ਝਾਤੀ ਮਾਰਦੇ ਹਾਂ ਤਾਂ ਚਾਈਨਾ ਦਾ ਇਹ ਮਾਡਲ ਹੈ, ਉੱਥੇ ਉਹ ਛੋਟੀਆਂ ਇਕਾਈਆਂ ਤੋਂ ਸਮਾਨ ਲੈਂਦੇ ਨੇ, ਉਹਨੂੰ ਕੱਚੇ ਸਮਾਨ ਨੂੰ ਉਸ ਤੋਂ ਬਾਅਦ ਉਹਦੀ ਪ੍ਰੋਸੈਸਿੰਗ ਕਰਕੇ ਫਿਰ ਉਹਨੂੰ ਐਕਸਪੋਰਟ ਕਰਦੇ ਨੇ। ਤਾਂ ਉਹ ਮਾਡਲ ਦੀ ਕਿਤੇ ਨਾ ਕਿਤੇ ਸਾਨੂੰ ਵੀ ਰਿਕੁਆਇਰਮੈਂਟ ਸੀ। ਏਦਾਂ ਲੱਗਦਾ ਵੀ ਇਹ ਬਜਟ ਦੇ ਵਿੱਚ ਉਹ ਚੀਜ਼ ਜਿਹੜੀ ਹੈ ਮਿਸ ਕਰਤੀ ਹੈ। ਤੇ 2024 ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਵੀ ਹੋਣ ਵਾਲੇ ਨੇ, ਤੇ ਕੀ ਸਮਝਿਆ ਜਾਵੇ ਕਿ ਕੀ ਮਾਇਨੇ, ਕੀ ਇਹ ਚੁਣਾਵੀ ਬਜਟ ਆ? ਮੈਡਮ ਇਹ ਨਾ ਬਜਟ ਦੇ ਵਿੱਚ ਕਲੈਰਿਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਮਿਸਿੰਗ ਹੈ। ਏਦਾਂ ਲੱਗਦਾ ਵੀ ਸਰਕਾਰ ਜੋ ਚੀਜ਼ ਕਰਨਾ ਚਾਹੁੰਦੀ ਸੀ 2047 ਦੀ ਤਾਂ ਗੱਲ ਕਰ ਰਹੀ ਹੈ ਸਰਕਾਰ, ਲੇਕਿਨ 2024, 2023, 2025 ਜਿਹੜੇ ਨੇ ਇਹ ਕਿਤੇ ਨਾ ਕਿਤੇ ਸਰਕਾਰ ਨੇ ਮਿਸ ਕਰਤੇ ਹੈ। ਅੰਮ੍ਰਿਤਕਾਲ ਦੀ ਪਹਿਲਾ ਬਜਟ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਉਸ ਤੋਂ ਬਾਅਦ ਆਪਣੇ ਜਦੋਂ ਦੇਸ਼ ਦੇ ਨਾਮ ਸੰਦੇਸ਼ ਦਿੱਤਾ ਤਾਂ ਉਹਦੇ ਚ ਗੱਲ ਕੀਤੀ ਹੈ, ਪਰ ਉਸ ਦੇ ਬਾਵਜੂਦ ਏਦਾਂ ਲੱਗਦਾ ਵੀ ਸ਼ਾਰਟ ਰਨ ਦੇ ਵਿੱਚ ਤਾਂ ਇਸ ਬਜਟ ਦੇ ਵਿੱਚ ਕੁਝ ਨਹੀਂ ਹੈ। ਲੌਂਗ ਰਨ ਦੇ ਵਿੱਚ ਭੂਮਿਕਾ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ ਕਿ 2047 ਤੱਕ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ। ਦੇਖਿਆ ਜਾਵੇ ਫਿਰ ਇੰਨੇ ਸਾਲਾਂ ਦਾ ਗੈਪ ਦੇ ਦਿੱਤਾ ਹੈ ਕਿ ਹੁਣ ਅਸੀਂ ਇਲੈਕਸ਼ਨ ਵੀ ਕੰਡਕਟ ਕਰ ਸਕਦੇ ਹਾਂ ਤੇ ਇਸੇ ਬਜਟ ਦੇ ਉੱਤੇ ਰਹਿ ਕੇ ਵੀ ਇਲੈਕਸ਼ਨ ਕੰਡਕਟ ਕਰ ਸਕਦੇ ਹਾਂ, ਬਿਕਾਜ਼ 2024 ਦੇ ਵਿੱਚ ਇਲੈਕਸ਼ਨ ਨੇ। ਦੇਖੋ ਜੀ, ਚੋਣਾਂ ਤੋਂ ਪਹਿਲਾਂ ਏਦਾਂ ਲੱਗਦਾ ਸੀ ਕਿ ਇਹ ਬਜਟ ਜਿਹੜਾ ਹੈ ਕਈ ਲੋਕ ਲੁਭਾਵਨ ਚੀਜ਼ਾਂ ਲੈ ਕੇ ਆਏਗਾ, ਬਹੁਤ ਸਾਰੇ ਸੈਕਟਰਸ ਨੂੰ ਟੱਚ ਕਰੇਗਾ, ਪਰ ਇਹ ਬਜਟ ਅਨਫੋਰਚੂਨੇਟਲੀ ਇਦਾਂ ਦਾ ਕੋਈ ਐਸਪੈਕਟ ਨੂੰ ਟੱਚ ਕਰਦਾ ਨਜ਼ਰ ਨਹੀਂ ਆ ਰਿਹਾ। ਇਹ ਤਾਂ ਜਿਹੜੀਆਂ ਪੁਰਾਣੀਆਂ ਸਕੀਮਾਂ ਨੇ ਜੋ ਕੁਝ ਸਰਕਾਰ ਪਿਛਲੇ 7-8 ਸਾਲ ਦੇ ਵਿੱਚ ਸਰਕਾਰ ਨੇ ਬਣਾਇਆ ਹੈ, ਉਹਨਾਂ 7-8 ਸਕੀਮਸ ਦੇ ਉੱਤੇ ਹੀ
ਸਰਕਾਰ ਫੋਕਸਡ ਰਹੀ ਹੈ। ਐਲੋਕੇਸ਼ਨਸ ਜਿਹੜੀਆਂ ਨੇ, ਜਿਹੜੀ ਵੀ ਵੰਡ ਕੀਤੀ ਹੈ ਸਰਕਾਰ ਨੇ ਪੈਸੇ ਦੀ, ਮਾਲੀਏ ਦੀ, ਉਹ ਸਾਰੀ ਉਹਨਾਂ ਦੇ ਵਿੱਚ ਹੀ ਰਹੀ ਹੈ। ਅਸੀਂ ਕੋਈ ਵੀ ਬਿਗ ਟਿਕਟ ਰਿਫਾਰਮਸ ਜਿਹੜੇ ਨੇ ਉਹ ਨਹੀਂ ਦੇਖੇ, ਕੋਈ ਇਦਾਂ ਦੀ ਸਕੀਮ ਨਹੀਂ ਦੇਖੀ। ਜਦੋਂ ਅੱਜ ਤੋਂ ਅਸੀਂ ਪਿਛਲੇ 3-4 ਸਾਲਾਂ ਦੇ ਬਜਟ ਦੇਖੀਏ ਤਾਂ ਕਦੇ ਆਤਮ ਨਿਰਭਰਤਾ ਦੀ ਗੱਲ ਹੋ ਰਹੀ ਸੀ, ਕਿਤੇ ਪੀਐਮ ਕਿਸਾਨ ਦੀ ਗੱਲ ਹੁੰਦੀ ਸੀ, ਕਦੇ ਆਯੁਸ਼ਮਾਨ ਭਾਰਤ ਆਉਂਦੀ ਸੀ, ਲੇਕਿਨ ਇਸ ਤਰੀਕੇ ਦੀ ਕੋਈ ਵੀ ਵੱਡੀ ਸਕੀਮ ਜਿਹੜੀ ਹੈ, ਬਿਗ ਟਿਕਟ ਸਕੀਮ ਜਿਹੜੀ ਹੈ, ਉਹ ਇਸ ਬਜਟ ਦੇ ਵਿੱਚ ਤਾਂ ਨਜ਼ਰ ਨਹੀਂ ਆਈ ਹੈ। ਤਾਂ ਮੈਨੂੰ ਲੱਗਦਾ ਵੀ ਇਹ ਚੋਣਾਂ ਨੂੰ ਲੈ ਕੇ ਇਹ ਬਜਟ ਸਾਹਮਣੇ ਨਹੀਂ, ਜਾਂ ਚੋਣਾਂ ਦੇ ਮੱਦੇਨਜ਼ਰ ਇਹ ਬਜਟ ਠੀਕ ਨਹੀਂ ਹੈ। ਤੇ ਇਹ ਤਾਂ ਗੱਲ ਹੋ ਗਈ ਐਮਐਸਐਮਈ ਦੀ ਜਾਂ ਬਿਜ਼ਨਸਮੈਨ ਦੀ, ਤੇ ਫਾਰਮਰ ਕਿਸਾਨ ਜਿਹੜੇ ਨੇ ਪੰਜਾਬ ਦੇ ਨੇ ਜਾਂ ਫਿਰ ਭਾਰਤ ਦੇ ਨੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ ਇਸ ਬਜਟ ਤੋਂ ਕਿ ਹੋ ਸਕਦਾ ਉਹਨਾਂ ਲਈ ਕੁਝ ਪਾਲਿਸੀਜ਼ ਜਿਹੜੀਆਂ ਕਿ ਸੈਂਟਰਲ ਗਵਰਨਮੈਂਟ ਲੈ ਕੇ ਆ ਸਕਦੀ ਹੈ, ਅਨਾਉਂਸ ਕਰ ਸਕਦੀ ਹੈ ਇਸ ਬਜਟ ਦੇ ਵਿੱਚ। ਦੇਖੋ ਜੀ, ਇੱਕੋ ਹੀ ਚੀਜ਼ ਜਿਹੜੀ ਸਰਕਾਰ ਨੇ ਕੀਤੀ ਹੈ ਉਹ ਹੈ ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਹੈ ਉਹਨੂੰ ਵਧਾ ਕੇ ਰੱਖਿਆ। ਔਰ ਫਰਟੀਲਾਈਜ਼ਰ ਔਰ ਫੂਡ ਸਬਸਿਡੀ ਸਿਰਫ ਦੋ ਹੀ ਇਦਾਂ ਦੇ, ਮੈਂ ਪੂਰਾ ਬਜਟ ਜਦੋਂ ਦੇਖ ਰਿਹਾ ਸਾਂ ਤਾਂ ਉਹਨਾਂ ਦਸਤਾਵੇਜ਼ਾਂ ਦੇ ਵਿੱਚੋਂ ਪਤਾ ਲੱਗਿਆ ਵੀ ਇਹ ਦੋ ਖੇਤਰ ਇਸ ਤਰ੍ਹਾਂ ਦੇ ਨੇ ਜਿਹਦੇ ਵਿੱਚ ਸਰਕਾਰ ਦੀ ਵੰਡ ਜਿਹੜੀ ਹੈ ਪ੍ਰੋਪਰ ਹੈ ਜਾਂ ਪੂਰੀ ਹੈ। ਤਾਂ ਉਸ ਤੋਂ ਇਲਾਵਾ ਕੋਈ ਬਹੁਤ ਵੱਡਾ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਐਸਟੀਮੇਟਸ ਲੱਗ ਰਹੇ ਸਨ, ਇਹ ਐਕਸਪੈਕਟੇਸ਼ਨ ਸੀਗੀਆਂ ਕਿ ਸ਼ਾਇਦ ਪੀਐਮ ਕਿਸਾਨ ਦੇ ਵਿੱਚ ਸਰਕਾਰ ਦੇਗੀ ਕੋਈ ਨਾ ਕੋਈ ਐਡੀਸ਼ਨਲ ਪੈਸਾ, ਲੇਕਿਨ ਸਰਕਾਰ ਨੇ ਨਾ ਸਿਰਫ ਪੀਐਮ ਕਿਸਾਨ ਦੇ ਨਾਲ ਜ਼ਿਆਦਤੀ ਕੀਤੀ ਹੈ, ਉਹਦੇ ਉੱਤੇ ਜਿਹੜੀ ਐਲੋਕੇਸ਼ਨ ਹੈ ਉਹ 68,000 ਕਰੋੜ ਦੀ ਸੀ ਪਿਛਲੇ ਬਜਟ ਦੇ ਵਿੱਚ, ਉਹਨੂੰ ਲਿਆ ਕੇ ਐਤਕੀ 60,000 ਕਰੋੜ ਕਰਤਾ। ਇਸ ਦੇ ਨਾਲ ਹੀ ਜਿਹੜੀ ਮਨਰੇਗਾ ਦੇ ਵਿੱਚ ਸੀਗੀ ਐਲੋਕੇਸ਼ਨ 73,000 ਕਰੋੜ ਸੀ, ਉਹਨੂੰ ਵੀ ਕਿਤੇ ਨਾ ਕਿਤੇ ਘਟਾਤਾ। ਤਾਂ ਇਹ ਜਿਹੜਾ ਫੰਡ ਹੈ ਫਿਰ ਜਦੋਂ ਦੇਖ ਰਿਹਾ ਸੀ ਮੈਂ, ਤਾਂ ਮੈਨੂੰ ਏਦਾਂ ਲੱਗਦਾ ਸੀ ਵੀ ਇਹ ਫੰਡ ਜਿਹੜਾ, ਇਹ ਪੈਸਾ ਜਿਹੜਾ ਸਰਕਾਰ ਨੇ ਇਹਨਾਂ ਨੂੰ ਘੱਟ ਮੁਹੱਈਆ ਕਰਵਾਇਆ, ਤਾਂ ਫਿਰ ਇਹ ਪੈਸਾ ਜਾ ਕਿੱਥੇ ਰਿਹਾ? ਤਾਂ ਉਹ ਪੈਸਾ ਨਾਰਥ ਈਸਟ ਜਿਹੜੀਆਂ ਸਟੇਟਸ ਨੇ ਉੱਥੇ ਇਲੈਕਸ਼ਨਾਂ ਨੇ ਇਸ ਸਾਲ ਦੇ ਵਿੱਚ, ਤਾਂ ਏਦਾਂ ਲੱਗਦਾ ਵੀ ਉਹ ਚੋਣਾਂ ਵਾਸਤੇ ਇਹ ਪੈਸਾ ਉਧਰ ਨੂੰ ਡਾਇਵਰਟ ਹੋ ਗਿਆ। ਤਾਂ ਹੀ ਉੱਥੇ ਪਾਣੀ ਸਿੰਚਾਈ, ਜਿਵੇਂ ਕਰਨਾਟਕ ਦੇ ਵਿੱਚ ਵੀ ਦੇਖੀਏ ਤਾਂ ਵਿਵਸਥਾ ਕੀਤੀ ਗਈ ਹੈ ਕਿ ਸੈਂਟਰਲ ਗਵਰਨਮੈਂਟ ਵੱਲੋਂ ਇਨਵੈਸਟ ਕੀਤਾ ਜਾਵੇਗਾ। ਸਿਰਫ ਹਜੇ ਕਿਤਾਬੀ ਗੱਲਾਂ ਨੇ ਜੀ, ਜਦ ਤੱਕ ਪੂਰਾ ਸਰਕਾਰ ਉਹਦਾ ਬਲੂਪ੍ਰਿੰਟ ਨਹੀਂ ਦਿੰਦੀ ਵੀ ਕਿੰਨਾ ਖਰਚ ਹੋਏਗਾ। ਬਜਟ ਦਸਤਾਵੇਜ਼ਾਂ ਦੇ ਵਿੱਚ ਰੱਖਿਆ ਤਾਂ ਬਹੁਤ ਕੁਝ ਜਾਂਦਾ, ਜਦੋਂ ਸਾਲਾਨਾ ਉਸ ਤੋਂ ਬਾਅਦ ਇੱਕ ਰਿਵਾਈਜ਼ਡ ਐਸਟੀਮੇਟ ਆਉਂਦਾ ਵੀ ਸਾਲਾਨਾ ਆਧਾਰ ਤੇ ਸਰਕਾਰ ਨੇ ਕੀ ਦਿੱਤਾ, ਜਦੋਂ ਉਹ ਸਾਹਮਣੇ ਆਏਗਾ ਫਿਰ ਪਤਾ ਲੱਗੇਗਾ ਵੀ ਸਰਕਾਰ ਨੇ ਕੀ ਦਿੱਤਾ ਹੈ। ਤੇ ਜੌਬਸ ਦੀ ਗੱਲ ਕਰੀਏ, ਕਿਉਂਕਿ ਇੰਡੀਆ ਦੇ ਵਿੱਚ ਅਨਐਮਪਲੋਇਮੈਂਟ ਜਿਹੜੀ ਬਹੁਤ ਵੱਡੀ ਪ੍ਰੋਬਲਮ ਆ ਮਹਿੰਗਾਈ ਦੇ ਨਾਲ, ਤੇ ਜੌਬਸ ਦੇ ਵਿੱਚ ਕੇਂਦਰ ਸਰਕਾਰ ਨੇ 38,000 ਦੇ ਕਰੀਬਨ ਪੋਸਟ ਇਹੀ ਕੱਢੀਆਂ ਨੇ ਬਸ। ਇਸ ਤੋਂ ਇਲਾਵਾ ਤਾਂ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਰ ਵੀ ਕੀਤਾ ਜੌਬਸ ਦੇ ਲਈ? ਮੈਡਮ, ਮੇਰੀ ਔਰ ਤੁਹਾਡੀ ਰੀਡਿੰਗ ਦੇ ਵਿੱਚ ਇੱਥੇ ਥੋੜਾ ਜਿਹਾ ਫਰਕ ਹੈ। ਤੁਸੀਂ ਇਹ ਕਹਿ ਰਹੇ ਹੋ ਵੀ 38,000 ਏਕਲਵਿਆ ਸਕੂਲਸ ਦੀ ਜਿਹੜੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਹੈ, ਵਿੱਤ ਮੰਤਰੀ ਜੀ ਨੇ, ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਵਾਸਤੇ ਪੋਸਟ ਕੱਢਾਂਗੇ, ਲੇਕਿਨ ਉਹ ਕਦੋਂ ਬਣਨਗੇ? ਉਹ 1 ਸਾਲ ਚ ਨਹੀਂ ਬਣ ਜਾਏਗਾ ਸਕੂਲ। ਉਹ ਜਿਹੜੇ ਸਕੂਲਸ ਨੇ 750 ਸਕੂਲਸ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਉਹ ਇੱਕ ਦਿਨ ਚ ਨਹੀਂ ਸਕੂਲ ਬਣੇਗਾ ਜਾਂ 1 ਸਾਲ ਚ ਸਕੂਲ ਨਹੀਂ ਬਣ ਕੇ ਖੜਾ ਹੋ ਜਾਏਗਾ। ਇਟ ਮੇ ਟੇਕ ਟਾਈਮ। ਹੋ ਸਕਦਾ ਉਹ ਵੀ 2047 ਤੱਕ ਹੀ ਨਾ ਜਾ ਰਹੀਆਂ ਹੁਣ 38,000 ਪੋਸਟ ਜਿਹੜੀਆਂ ਨੇ। ਤਾਂ ਹਜੇ ਉਹ ਅੰਮ੍ਰਿਤ ਕਾਲ ਦੇ ਵਿੱਚ ਕਿੰਨੀਆਂ ਪੋਸਟ ਨਿਕਲਣਗੀਆਂ, ਕਦੋਂ ਨਿਕਲਣਗੀਆਂ, ਉਹਨੂੰ ਲੈ ਕੇ ਡਾਊਟਸ ਹੈ। ਹਾਂ, ਇਹ ਚੀਜ਼ ਮੈਡਮ ਡੈਫੀਨੇਟ ਸੀਗਾ ਬਈ ਇਸ ਬਜਟ ਦੇ ਵਿੱਚ ਪ੍ਰੋਬਲਮ ਸਰਕਾਰ ਨੂੰ ਹੋਣਗੀਆਂ, ਔਰ ਉਹ ਹੋਈਆਂ ਨੇ। ਚੈਲੰਜਸ, ਚੁਣੌਤੀਆਂ ਜਿਹੜੀਆਂ ਨੇ ਸਰਕਾਰ ਦੇ ਸਾਹਮਣੇ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਸਨ, ਕਿਉਂਕਿ ਇਹ ਕੱਲ ਹੀ ਪਤਾ ਲੱਗ ਗਿਆ ਸੀ ਜਦੋਂ ਜਿਹੜਾ ਸਰਵੇਖਣ ਆਇਆ ਸੀ, ਇਕਨੋਮਿਕ ਸਰਵੇ ਆਇਆ ਸੀ, ਉਸ ਸਰਵੇਖਣ ਦੇ ਵਿੱਚੋਂ ਪਤਾ ਲੱਗਿਆ ਸੀਗਾ ਕਿ ਇਸ ਸਾਲ ਜਿਹੜੀ ਗਰੋਥ ਰਹੇਗੀ ਉਹ ਘੱਟ ਰਹੇਗੀ। ਪਿਛਲੇ ਸਾਲ ਸਰਕਾਰ ਨੇ 8% ਗਰੋਥ ਮਿੱਥੀ ਸੀ, ਪਿਛਲੇ 2022 ਦਾ ਬਜਟ ਦੇਣਾ ਸੀ ਉਸ ਵੇਲੇ, ਤੇ ਗਰੋਥ ਮਿਲੀ ਸਾਨੂੰ ਕਿੰਨੀ ਹੈ? 7% ਦੀ ਪਿਛਲੇ ਸਾਲ। ਐਤਕੀ ਦੀ ਜਿਹੜੀ ਗਰੋਥ ਹੈ ਉਹ ਮਿੱਥੀ ਗਈ ਹੈ 6.5% ਦੀ ਗਰੋਥ ਮਿੱਥੀ ਗਈ ਹੈ। 6.5 ਦਾ ਮਤਲਬ ਹੈ ਹੋਰ ਕਿੰਨੀ ਹੁੰਦੀ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ, 1 ਸਾਲ ਬਾਅਦ ਸਾਨੂੰ ਪਤਾ ਲੱਗੇਗਾ। ਲੇਕਿਨ ਜਦੋਂ ਵੀ ਗਰੋਥ ਗਿਰਦੀ ਹੈ, ਸਾਨੂੰ ਇਹ ਚੀਜ਼ ਦੇਖਣ ਦੀ ਲੋੜ ਹੈ ਕਿ ਉਸ ਵੇਲੇ ਸਰਕਾਰ ਦੇ ਆਪਣੇ ਟੈਕਸ ਵੀ ਗਿਰ ਜਾਂਦੇ ਨੇ। ਜਦੋਂ ਗਰੋਥ ਹੋਏਗੀ, ਲੋਕਾਂ ਦੀ ਇਨਕਮ ਵਧੇਗੀ, ਸਰਕਾਰਾਂ ਨੂੰ ਟੈਕਸ ਜ਼ਿਆਦਾ ਮਿਲਣਗੇ। ਜਦੋਂ ਗਰੋਥ ਦੇ ਉੱਤੇ ਰਿਵਰਸ ਚੱਕਰ ਲੱਗਾ ਹੋਇਆ, ਬੈਕ ਟਰੈਕ ਕਰ ਰਹੀ ਹੈ, ਗਰੋਥ ਜਿਹੜੀ ਹੈ ਪਿੱਛੇ ਦੀ ਤਰਫ ਜਾ ਰਹੀ ਹੈ, ਉਸ ਵੇਲੇ ਸਰਕਾਰ ਨੂੰ
ਜਿਹੜੇ ਪੈਸੇ ਮਿਲਨੇ ਆ ਮਾਲੀਏ ਦੇ ਵਿੱਚ ਆਉਣਾ ਹੈ, ਟੈਕਸਾਂ ਦੇ ਥਰੂ ਪੈਸਾ ਉਹ ਵੀ ਘਟ ਜਾਣਾ ਹੈ। ਤਾਂ ਇਹ ਜਿਹੜੀ ਚੀਜ਼ ਹੈ ਸਾਹਮਣੇ ਨਜ਼ਰ ਆਉਂਦੀ ਪਈ ਹੈ। ਜਦੋਂ ਸਰਕਾਰ ਦੇ ਕੋਲ ਪੈਸਾ ਘਟਣਾ ਤਾਂ ਜੌਬਸ ਜਿਹੜੀਆਂ ਨੇ ਸਰਕਾਰ ਉਨੀਆਂ ਨਹੀਂ ਦੇ ਸਕੇਗੀ। ਇਹ ਲੱਗ ਗਿਆ ਸੀਗਾ ਪਤਾ, ਉਹੋ ਹੀ ਗੱਲ ਹੋਈ ਹੈ ਅੱਜ ਵਾਲੇ ਬਜਟ ਦੇ ਵਿੱਚ ਵੀ ਕੋਈ ਬਹੁਤ ਵੱਡੀਆਂ ਸਕੀਮਸ ਨਹੀਂ ਹੈ ਜਿਹਦੇ ਥਰੂ ਸਰਕਾਰ ਜਿਹੜੀ ਹੈ ਪੈਸੇ ਦੀ ਵੰਡ ਕਰਕੇ ਲੋਕਾਂ ਨੂੰ ਨੌਕਰੀਆਂ ਦੇ ਸਕਦੀ। ਕੈਪੀਟਲ ਐਕਸਪੈਂਡੀਚਰ ਤੇ ਜ਼ਰੂਰ ਥੋੜਾ ਜਿਹਾ ਪੈਸਾ ਵਧਿਆ ਹੈ, ਅੱਗੇ ਨਾਲੋਂ ਪੈਸਾ ਵਧਿਆ। ਮੈਂ ਜਿੰਨਾ ਯਾਦ ਹੈ ਸ਼ਾਇਦ 10 ਲੱਖ ਕਰੋੜ ਰੁਪਈਆ ਸਰਕਾਰ ਨੇ ਕੈਪੀਟਲ ਐਕਸਪੈਂਡੀਚਰ ਦੇ ਲਈ ਰੱਖਿਆ। ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਉਹ ਉਸ ਸੈਕਟਰ ਦੇ ਵਿਕਾਸ ਦੇ ਲਈ, ਬੁਨਿਆਦੀ ਸੈਕਟਰ ਦੇ ਵਿਕਾਸ ਦੇ ਲਈ ਜਿੱਥੋਂ ਨੌਕਰੀਆਂ ਨਿਕਲਦੀਆਂ ਨੇ। ਪਰ ਜੇ ਉੱਥੇ ਵੀ ਸਰਕਾਰ ਜਿਹੜੀ ਹੈ ਉਹਦੇ ਵਿੱਚ ਵੀ ਜੇ ਟੈਕਨੋਲੋਜੀ ਲੈ ਕੇ ਆ ਜਾਂਦੀ ਹੈ ਤਾਂ ਉਹ ਨੌਕਰੀਆਂ ਦਾ ਸਕੋਪ ਫਿਰ ਮਾਰਿਆ ਜਾਂਦਾ ਜੀ। ਕਿਉਂਕਿ ਸਰਕਾਰ 5G ਨੂੰ ਵੀ ਲੈ ਕੇ ਵੀ ਵਰਕ ਕਰ ਰਹੀ ਹੈ ਤੇ ਸਰਕਾਰ ਦਾ ਇਹ ਵੀ ਕਹਿਣਾ ਕਿ 5G ਦੇ ਲਈ ਲਾਇਬ੍ਰੇਰੀਜ਼ ਓਪਨ ਕੀਤੀਆਂ ਜਾਣਗੀਆਂ, ਲੈਬੋਰਟਰੀਜ਼ ਓਪਨ ਕੀਤੀਆਂ ਜਾਣਗੀਆਂ ਤੇ ਟੈਕਨੋਲੋਜੀ ਫਿਰ ਵੱਧ ਰਹੀ ਹੈ। ਮੈਨੂੰ ਇਹਨੂੰ ਲੈ ਕੇ ਦੋ ਖਦਸ਼ਾ ਹੈ, ਦੋ ਪਾਸੇ ਮੈਨੂੰ ਇਸ ਚੀਜ਼ ਨੂੰ ਲੈ ਕੇ ਸ਼ੱਕ ਹੈ ਸਰਕਾਰ ਦੇ। ਪਹਿਲਾਂ ਤਾਂ ਜਿਹੜੀ ਡਿਜੀਟਲ ਲਾਇਬ੍ਰੇਰੀਜ਼ ਦੀ ਗੱਲ ਕੀਤੀ ਹੈ, ਉਹ ਡਿਜੀਟਲ ਲਾਇਬ੍ਰੇਰੀ ਦਾ ਕੀ ਮਤਲਬ ਹੈ ਕਿ ਡਿਜੀਟਾਈਜੇਸ਼ਨ ਦਾ ਮਤਲਬ ਕਿ ਜਦੋਂ ਤੁਸੀਂ ਲਾਇਬ੍ਰੇਰੀ ਦੇ ਅੰਦਰ ਚਲੇ ਜਾਂਦੇ ਹੋ ਉੱਥੇ ਤੁਹਾਨੂੰ ਡਿਜੀਟਾਈਜ਼ਡ ਫਾਰਮ ਦੇ ਵਿੱਚ ਬੁੱਕਸ ਮਿਲਣਗੀਆਂ ਜਾਂ ਮੈਗਜ਼ੀਨਸ ਮਿਲਣਗੀਆਂ, ਨਿਊਜ਼ਪੇਪਰਸ ਮਿਲਣਗੇ। ਕਿਆ ਇਸ ਦੇ ਬਾਰੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਇੰਟਰਪ੍ਰੀਟ ਕਰੀਏ, ਜਾਂ ਦੂਸਰਾ ਤਰੀਕਾ ਹੈ ਕਿ ਸਾਨੂੰ ਸਾਡੇ ਮੋਬਾਈਲਸ ਦੇ ਉੱਤੇ ਬੈਠੇ ਹੀ ਮੈਂਬਰਸ਼ਿਪ ਲਓ ਕਿਸੇ ਵੀ ਲਾਇਬ੍ਰੇਰੀ ਦੀ ਐਂਡ ਯੂ ਵਿਲ ਹੈਵ ਐਨ ਐਕਸੈਸ ਟੂ ਆਲ ਦਾ ਰਿਸੋਰਸਸ। ਮੈਨੂੰ ਪਹਿਲਾਂ ਤਾਂ ਉਹਦੇ ਤੇ ਕਲੈਰਿਟੀ ਨਹੀਂ ਹੈਗੀ ਵੀ ਇਹ ਡਿਜੀਟਾਈਜੇਸ਼ਨ ਕਿਹੜੇ ਪੱਖ ਦੀ ਗੱਲ ਹੋ ਰਹੀ ਹੈ। ਡਿਜੀਟਾਈਜੇਸ਼ਨ ਸਾਡੇ ਲੈਪਟਾਪ, ਪਾਮ-ਟਾਪ ਜਾਂ ਮੋਬਾਈਲਸ ਦੇ ਉੱਤੇ ਆ ਰਿਹਾ ਹੈ, ਜਾਂ ਡਿਜੀਟਾਈਜੇਸ਼ਨ ਜਿਹੜੀ ਲਾਇਬ੍ਰੇਰੀਜ਼ ਦੀ ਹੋ ਰਹੀ ਹੈ ਉਹ ਲਾਇਬ੍ਰੇਰੀ ਪਹੁੰਚ ਕੇ ਹੋ ਰਹੀ ਹੈ। ਪਹਿਲਾਂ ਤਾਂ ਇੱਥੇ ਹੀ ਪ੍ਰੋਬਲਮ ਹੈ। ਅੱਗੇ ਇਸ ਤੋਂ ਅੱਗੇ ਬੁਨਿਆਦੀ ਸਮੱਸਿਆਵਾਂ, ਅੱਗੇ ਇਹਦੀਆਂ ਦੋਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੇ। ਪਹਿਲੀ ਸਮੱਸਿਆ ਜਿਹੜੀ ਹੈ, ਜੇ ਅਸੀਂ ਉੱਥੇ ਜਾ ਕੇ ਦੀ ਗੱਲ ਕਰਦੇ ਹਾਂ ਤਾਂ ਉੱਥੇ ਕੰਪਿਊਟਰ ਕਿੰਨੇ ਹੁੰਦੇ ਆ ਲਾਇਬ੍ਰੇਰੀਜ਼ ਦੇ ਵਿੱਚ? ਕਿੰਨੇ ਕੰਪਿਊਟਰ? ਜੇ ਕੰਪਿਊਟਰ ਹੈ, ਜੇ ਫਿਰ ਉੱਥੇ ਕਨੈਕਸ਼ਨ ਹੈ ਕਿ ਨਹੀਂ ਹੈ? ਸਾਨੂੰ ਪਤਾ ਵੀ ਸਾਡੇ ਸਕੂਲਾਂ ਦੇ ਵਿੱਚ, ਸਾਡੇ ਕਾਲਜਾਂ ਦੇ ਵਿੱਚ, ਗਵਰਨਮੈਂਟ ਕਾਲਜਸ ਦੇ ਵਿੱਚ, ਬਹੁਤ ਸਾਰੇ ਪ੍ਰਾਈਵੇਟ ਕਾਲਜਸ ਦੇ ਵਿੱਚ ਵੀ ਜਿੰਨੀ ਤਾਦਾਦ ਦੇ ਵਿੱਚ ਕੰਪਿਊਟਰ ਹੋਣੇ ਚਾਹੀਦੇ ਆ ਉਸ ਤਾਦਾਦ ਦੇ ਵਿੱਚ ਨਹੀਂ ਹੈ। ਤਾਂ ਉਹ ਉੱਥੇ ਇੱਕ ਜਿਹੜੀ ਸਮੱਸਿਆ ਮੈਨੂੰ ਨਜ਼ਰ ਆ ਰਹੀ ਹੈ ਵੀ ਡਿਜੀਟਲ 2047 ਤੱਕ ਹੀ ਇਹ ਕੰਪਿਊਟਰਾਈਜੇਸ਼ਨ ਜਾਂ ਡਿਜੀਟਲ ਲਾਇਬ੍ਰੇਰੀ ਦਾ ਸੁਪਨਾ ਜਿਹੜਾ ਪੂਰਾ ਹੋ ਸਕੇਗਾ। ਦੂਸਰੀ ਗੱਲ ਹੈ, ਜੇ ਸਰਕਾਰ ਇਹ ਸੋਚਦੀ ਹੈ ਵੀ ਅਸੀਂ ਬੱਚਿਆਂ ਦੇ ਹੱਥਾਂ ਦੇ ਵਿੱਚ ਦੇ ਦਾਂਗੇ ਕਿਤਾਬਾਂ ਜਿਹੜੀਆਂ ਨੇ, ਲਾਇਬ੍ਰੇਰੀ ਜਿਹੜੀ ਹੈ ਉਹਨਾਂ ਨੂੰ ਐਕਸੈਸ ਦੇ ਦਾਂਗੇ, ਤਾਂ ਵੀ ਮਸਟ ਅੰਡਰਸਟੈਂਡ ਕਿ ਪਿਛਲੇ ਦਿਨੀ ਜਿਹੜੇ ਡੇਟਾ ਆ ਰਹੇ ਨੇ ਉਹ ਇਹ ਕਹਿ ਰਹੇ ਹੈ ਕਿ ਜਿਹੜੇ ਮੋਬਾਈਲ ਹੈਂਡਸੈਟਸ ਹੈ ਉਹਨਾਂ ਦੀ ਸੇਲ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਘਟ ਗਈ ਹੈ। ਕਈ ਲੱਖਾਂ, ਸ਼ਾਇਦ 10 ਲੱਖ ਦੇ ਨਾਲ ਨਵੰਬਰ ਤੋਂ ਲੈ ਕੇ ਦਸੰਬਰ ਦੇ ਵਿੱਚ 10 ਲੱਖ ਦੇ ਨਾਲ ਉਹਦੀ ਸੇਲਸ ਜਿਹੜੀਆਂ ਡਿਪ ਕਰ ਗਈਆਂ ਨੇ। ਐਂਡ 5G ਦੇ ਨਾਲ ਹੋਰ ਪ੍ਰੋਬਲਮ ਆ ਜਾਏਗੀ ਕਿਉਂਕਿ 5G ਦੇ ਨਾਲ ਇਹ ਹੋ ਰਿਹਾ ਕਿ ਜਿਹੜਾ 4G ਵਾਲਾ ਕਸਟਮਰ ਸੀਗਾ ਉਹਨੂੰ ਵੀ, ਕਿਉਂਕਿ ਕੰਪਨੀ ਨੇ ਜਿਹਨੇ 5G ਦੇ ਲਈ ਪੈਸਾ ਇਨਵੈਸਟ ਕੀਤਾ, ਵੈਦਰ ਇਟ ਇਜ਼ ਏਅਰਟੈਲ ਔਰ ਇਟ ਇਜ਼ ਜੀਓ ਔਰ ਇਟ ਇਜ਼ ਵੋਡਾਫੋਨ ਆਈਡੀਆ, ਉਹਨਾਂ ਨੇ ਆਰਪੂ ਜਿਹੜਾ ਉਹਨਾਂ ਦਾ ਐਵਰੇਜ ਰੈਵਨਿਊ ਪਰ ਯੂਜ਼ਰ ਉਹ ਵੀ ਇਨਕਰੀਜ਼ ਕਰਨਾ। ਉਹਨਾਂ ਨੇ ਜਿਹੜਾ ਐਂਟਰੀ ਲੈਵਲ ਦੇ ਉੱਤੇ 4G ਦੇ ਰੇਟਸ ਜਿਹੜੇ ਨੇ ਉਹ ਵਧਾਤੇ ਹੈ, ਜਿਹਦੇ ਕਰਕੇ ਜਿਹੜੇ ਆਮ ਲੋਕ ਹੈ, ਲੋਅਰ ਮਿਡਲ ਕਲਾਸ ਜਿਹੜੀ ਹੈ ਜਾਂ ਲੋਅਰ ਕਲਾਸ ਜਿਹੜੀ ਹੈ, ਇਹਨਾਂ ਦੋਨਾਂ ਦੇ ਲਈ ਸਮੱਸਿਆਵਾਂ ਨੇ ਆਪਣੇ ਮੋਬਾਈਲਸ ਦੇ ਕਨੈਕਸ਼ਨਸ ਨੂੰ ਲੈ ਕੇ, ਕਿਆ ਉਹ ਚਲਾ ਸਕਣਗੇ ਇੰਟਰਨੈਟ। ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਮੋਬਾਈਲਸ ਫੋਨ ਸਸਤੇ ਹੋਣਗੇ, ਯਾਨੀ ਕਿ ਫੋਨਸ ਨੂੰ ਸਸਤਾ ਕੀਤਾ ਗਿਆ, ਪਰ ਜਿਹੜੇ ਕਨੈਕਸ਼ਨ ਨੇ ਉਹ ਹੋਰ ਵੀ ਜ਼ਿਆਦਾ ਮਹਿੰਗੇ ਹੋ ਜਾਣਗੇ ਜੇ 4G 5G ਦੀ ਗੱਲ ਕਰੀਏ। 5G ਦੇ ਨਾਲ ਹਜੇ ਹਰ ਇੱਕ ਕੰਪਨੀ ਦਾ ਇਸ ਵੇਲੇ ਟੀਚਾ ਜੋ ਹੈ ਉਹ ਹੈ ਕਿ ਅਸੀਂ ਘੱਟੋ ਘੱਟ 200 ਰੁਪਏ ਪਰ ਯੂਜ਼ਰ ਅਸੀਂ ਚਾਰਜ ਕਰੀਏ। ਆਰਪੂ ਜਿਹੜਾ ਹੈ, ਐਵਰੇਜ ਰੈਵਨਿਊ ਪਰ ਯੂਜ਼ਰ, ਦੇ ਵਾਂਟ ਇਟ ਟੂ ਟੱਚ ₹200 ਔਰ ਇਸ ਟਾਈਮ ਮੌਜੂਦਾ ਤੌਰ ਤੇ ਉਹ 160-70 ਰੁਪਏ ਦੇ ਨਾਲ ਹੈ। ਯਾਨੀ ਕਿ ਜੇ 30-40 ਰੁਪਏ ਦੇ ਨਾਲ ਹੋਰ ਵੱਧਦਾ ਰੇਟ ਐਵਰੇਜ, ਤਾਂ ਉਹ ਛੋਟੀ ਜਿਹੜਾ ਵਰਗ ਹੈ ਸਾਡੀ ਸੋਸਾਇਟੀ ਦਾ, ਸਾਡੇ ਸਮਾਜ ਦਾ, ਉਹਨਾਂ ਦੇ ਲਈ ਪ੍ਰੋਬਲਮ ਹੋਏਗੀ। ਦੇ ਮੇ ਨਾਟ ਬੀ ਇਨ ਅ ਪੋਜੀਸ਼ਨ ਟੂ ਯੂਜ਼ ਦਾ ਇੰਟਰਨੈਟ ਕਨੈਕਸ਼ਨਸ। ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਤੇ ਸ਼ਾਰਟ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਬਜਟ ਦੇ ਵਿੱਚ ਫੀਮੇਲਸ ਲਈ ਕੀ ਪ੍ਰੋਫਿਟੇਬਲ ਹੋਵੇਗਾ, ਚਾਈਲਡਸ ਦੇ ਲਈ, ਜੌਬਸ, ਹੈਲਥ ਦੇ ਲਈ। ਪੂਨਮ ਜੀ, ਇਹ ਤਾਂ ਤੁਸੀਂ ਆਪ ਹੀ ਗੱਲ ਕੀਤੀ ਹੈ ਵੀ ਜਿਹੜਾ ਜਿੱਥੋਂ ਤੱਕ
ਫੀਮੇਲਸ ਦੀ ਗੱਲ ਹੈ, ਉਹਨਾਂ ਦੇ ਲਈ ਸਰਕਾਰ ਨੇ ਇੱਕ ਜ਼ਰੂਰ ਸਕੀਮ ਘੜੀ ਹੈ, ਔਰ ਉਸ ਸਕੀਮ ਦਾ ਨਾਮ ਹੈ ਕਿ 2 ਸਾਲ ਦੇ ਲਈ 2 ਲੱਖ ਰੁਪਏ ਦੇ ਅਮਾਉਂਟ ਤੱਕ ਦਾ 7.5% ਤੱਕ ਦਾ ਜੀ ਤੁਹਾਨੂੰ ਵਿਆਜ ਮਿਲੇਗਾ। ਇੰਟਰਸਟ ਜੀ ਕਰੈਕਟ ਇੰਟਰਸਟ ਮਿਲੇਗਾ। ਸੀਨੀਅਰ ਸਿਟੀਜ਼ਨਸ ਦੇ ਲਈ ਵੀ ਇਸੇ ਤਰੀਕੇ ਦੇ ਨਾਲ ਇੱਕ ਸਕੀਮ ਉਹਨਾਂ ਨੇ ਉਹਦੇ ਚ ਵੀ ਉਹਦੀ ਲਿਮਿਟ ਜਿਹੜੀ ਹੈ ਵਧਾਈ ਹੈ। ਜੀ ਇਸੇ 15 ਤਰੀਕੇ ਲੱਖ ਤੋਂ 30 ਲੱਖ ਕਰ ਦਿੱਤੀ ਗਈ ਹੈ। ਮੰਥਲੀ ਇਨਕਮ ਸਕੀਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ 4.5 ਲੱਖ ਤੋਂ 9 ਲੱਖ ਰੁਪਏ ਕਰਤਾ ਨਾ। ਦਾ ਪ੍ਰੋਬਲਮ ਹੇਅਰ ਇਜ਼ ਇੱਕ ਬੜੀ ਫੰਡਾਮੈਂਟਲ ਪ੍ਰੋਬਲਮ ਹੈ, ਜਿੱਥੇ ਮੈਨੂੰ ਲੱਗਦਾ ਵੀ ਬਜਟ ਦੇ ਵਿੱਚ ਕਿਤੇ ਨਾ ਕਿਤੇ ਕਲੈਰਿਟੀ ਦੀ ਘਾਟ ਹੈ। ਉਹ ਕਲੈਰਿਟੀ ਕੀ ਚਾਹੀਦੀ ਹੈ? ਇੱਕ ਪਾਸੇ ਅਸੀਂ ਸਮਾਲ ਸੇਵਿੰਗਸ ਨੂੰ ਪ੍ਰਮੋਟ ਕਰ ਰਹੇ ਹਾਂ ਕਿ ਫੀਮੇਲਸ ਦੇ ਲਈ ਵੀ, ਫॉर ਸੀਨੀਅਰ ਸਿਟੀਜ਼ਨਸ ਬਜ਼ੁਰਗਾਂ ਦੇ ਲਈ ਵੀ, ਆਮ ਲੋਕਾਂ ਦੇ ਲਈ ਵੀ ਸੇਵਿੰਗਸ ਨੂੰ ਇਨਕਰੀਜ਼ ਕੀਤਾ ਜਾਏ। ਸਾਈਮਲਟੇਨੀਅਸਲੀ ਅਸੀਂ ਜਿਹੜਾ 올ਡ ਟੈਕਸ ਰਿਜੀਮ ਖਤਮ ਕਰ ਰਹੇ ਹਾਂ, ਜਿਹੜਾ ਪੁਰਾਣੀ ਟੈਕਸ ਪ੍ਰਣਾਲੀ ਹੈ ਜਿਸ ਦੇ ਤਹਿਤ ਹਰ ਬੰਦਾ 1.5 ਲੱਖ ਰੁਪਏ ਦੀ 80C ਦੇ ਅੰਡਰ ਐਗਜ਼ੰਪਸ਼ਨ ਦਿੰਦਾ, 75 ਇਦਾਂ ਦੀਆਂ ਸਕੀਮਾਂ ਨੇ, ਇੰਸ਼ੋਰੈਂਸ ਦੇ ਵਿੱਚ ਪੈਸਾ ਪਾ ਲਓ, ਪ੍ਰੋਵੀਡੈਂਟ ਫੰਡ ਦੇ ਵਿੱਚ ਪੈਸਾ ਪਾ ਲਓ, ਤਾਂ ਇਦਾਂ ਲੱਗਦਾ ਵੀ ਕਿ ਉਹਨੂੰ ਬੰਦ ਕਰ ਰਹੇ ਹੋ ਤੁਸੀਂ। ਉੱਥੇ ਤੁਸੀਂ ਸੇਵਿੰਗਸ ਨੂੰ ਯੂ ਆਰ ਕਿਲਿੰਗ ਦੋਜ਼ ਸੇਵਿੰਗਸ ਆਲਸੋ, ਔਰ ਦੂਜੇ ਪਾਸੇ ਤੁਸੀਂ ਸੇਵਿੰਗਸ ਨੂੰ ਪ੍ਰਮੋਟ ਕਰ ਰਹੇ ਹੋ, ਸੇਵਿੰਗਸ ਤੇ ਇੰਟਰਸਟ ਵੀ ਦੇ ਰਹੇ ਹੋ, ਮੀਨਸ ਵਧਾ ਵੀ ਰਹੇ ਹੋ ਇਹਨੂੰ। देयर इज अ कॉन्ट्राडिक्टरी स्टैंड। दोनों पासों ਦੀ ਕੋਈ ਸਟੈਂਡ ਕਲੀਅਰ ਨਹੀਂ ਨਜ਼ਰ ਆ ਰਿਹਾ। ਇੱਕ ਪਾਸੇ ਤੁਸੀਂ ਸੇਵਿੰਗਸ ਨੂੰ ਪ੍ਰਮੋਟ ਕਰ ਰਹੇ ਹੋ, ਦੂਜੇ ਪਾਸੇ ਤੁਸੀਂ 올ਡ ਏਜ ਪੈਨਸ਼ਨ, 올ਡ ਟੈਕਸ ਰਿਜੀਮ ਨੂੰ ਖਤਮ ਕਰਕੇ ਤੁਸੀਂ ਉਸੇ 1.5 ਲੱਖ ਤੱਕ ਦੀਆਂ ਸੇਵਿੰਗਸ ਨੂੰ ਤੁਸੀਂ ਕੱਟ ਲਾ ਰਹੇ ਹੋ। ਕਿਉਂ ਬੰਦਾ ਇਨਵੈਸਟ ਕਰੇਗਾ ਫਿਰ? ਮਹਿਲਾਵਾਂ ਕਿਉਂ ਇਨਵੈਸਟ ਕਰਨਗੀਆਂ? ਜਾਂ ਮੰਥਲੀ ਇਨਕਮ ਸਕੀਮ ਦੇ ਵਿੱਚ ਕਿਉਂ ਕੋਈ ਬੰਦਾ ਪੋਸਟ ਆਫਿਸ ਜਾ ਕੇ ਇਨਵੈਸਟ ਕਰੇਗਾ ਜਦੋਂ ਉਹਨੂੰ 1.5 ਲੱਖ ਦੀ ਐਗਜ਼ੰਪਸ਼ਨ ਨਹੀਂ ਮਿਲਣੀ? ਤਾਂ ਇਹ ਕੌਂਟਰਾਡਿਕਟਰੀ ਬਣ ਰਹੀਆਂ ਨੇ। ਇਦਾਂ ਲੱਗਦਾ ਵੀ ਇੱਥੇ ਕਲੈਰਿਟੀ ਦੀ ਕਮੀ ਰਹੀ ਹੈ ਬਜਟ ਦੇ ਵਿੱਚ ਕਿਤੇ ਨਾ ਕਿਤੇ। ਕੁਝ ਵੀ ਕਲੀਅਰ ਨਹੀਂ ਹੋ ਪਾ ਰਿਹਾ, ਕਿਉਂਕਿ ਜਿੱਥੇ ਤੁਸੀਂ ਇਨਵੈਸਟ ਕਰਨ ਦੀ ਗੱਲ ਕਰ ਰਹੇ ਹੋ ਉੱਥੇ ਤੁਸੀਂ ਟੈਕਸ ਨੂੰ ਵੀ ਘੱਟ ਕਰ ਰਹੇ ਹੋ, ਤੇ ਹੋਰ ਵੀ ਸਾਰੇ ਫੈਕਟਰਸ ਨੇ ਜਿਸ ਦੇ ਵਿੱਚ ਤੁਸੀਂ ਕਿਤੇ ਰੇਟ ਵਧਾ ਰਹੇ ਹੋ ਤੇ ਕਿਤੇ ਸਟਾਰਟਅਪ ਲਈ ਲੋਨ ਤਾਂ ਦੇ ਰਹੇ ਹੋ, ਪਰ ਮੇਨ ਉਹੀ ਆ ਕਿ ਜਦ ਗਰੋਥ ਘੱਟ ਹੋਵੇਗੀ ਤਾਂ ਇਨਵੈਸਟ ਕਿਵੇਂ ਹੋਵੇਗਾ। ਤੇ ਹੁਣ ਮੈਂ ਇੱਥੇ ਇਹ ਵੀ ਪੁੱਛਣਾ ਚਾਹਾਂਗੀ ਕਿ ਹੈਲਥ ਦੇ ਲਈ, ਐਜੂਕੇਸ਼ਨ ਦੇ ਲਈ ਇਸ ਬਜਟ ਦੇ ਵਿੱਚ ਕੀ ਕੁਝ ਸੀਗਾ ਅੱਜ? ਹੈਲਥ ਦੇ ਲਈ ਜਿੱਦਾਂ ਆਪਾਂ ਗੱਲ ਕੀਤੀ ਹੈ, ਜਿਵੇਂ ਏਕਲਵਿਆ ਸਕੂਲਸ ਦੀ ਗੱਲ ਕੀਤੀ ਹੈ ਉਹਨਾਂ ਨੇ, ਔਰ ਏਕਲਵਿਆ ਸਕੂਲਸ ਜਿਹੜੇ ਨੇ ਇਹਨਾਂ ਦੀ ਉਸਾਰੀ ਹੋਏਗੀ, ਇਹਦੇ ਚ 38,000 ਟੀਚਰਸ ਦੀ ਜਿਹੜੀ ਹੈ ਰਿਕਰੂਟਮੈਂਟ ਹੋਏਗੀ। ਲੇਕਿਨ ਇਹ ਕਿੰਨਾ ਲੰਬਾ ਪ੍ਰੋਸੈਸ ਹੈ ਇਹਦੇ ਬਾਰੇ ਕੋਈ ਹਜੇ ਜ਼ਿਕਰ ਨਹੀਂ ਹੋਇਆ। ਜਦ ਤੱਕ ਬਜਟ ਤੇ ਦਸਤਾਵੇਜ਼ ਜਾਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਦਸਤਾਵੇਜ਼ ਨਹੀਂ ਜਾਰੀ ਹੋਣਗੇ ਇਹਦੇ ਬਾਰੇ ਨਹੀਂ ਪਤਾ ਲੱਗੇਗਾ ਵੀ ਵਾਟ ਇਜ਼ in their mind ਕਦੋਂ ਤੱਕ ਇਹ ਸਕੂਲਸ ਜਿਹੜੇ ਆ ਬਣ ਕੇ ਤਿਆਰ ਹੋਣਗੇ। ਫਿਰ ਇਹਦਾ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਸ ਦੇ ਨਾਲ ਕਿਸ ਤਰੀਕੇ ਦੇ ਨਾਲ ਅਲਾਈਨ ਕਰਦੇ ਆ, ਇਹਦਾ ਫੀਸ ਸਟਰਕਚਰ ਕੀ ਹੋਏਗਾ, ਇਹਦੇ ਚ ਕਿਹੜੇ ਵਰਗ ਦੇ ਬੱਚੇ ਨੇ ਜਿਨ੍ਹਾਂ ਦੀ ਐਡਮਿਸ਼ਨ ਹੋਏਗੀ, ਕਿ ਕਿਉਂਕਿ ਇਹ ਟ੍ਰਾਈਬਲ ਦੇ ਲਈ ਕਿਹਾ ਇਹਨਾਂ ਨੇ ਗੱਲ ਜਿਹੜੀ ਕੀਤੀ ਹੈ ਕਿ ਟ੍ਰਾਈਬਲ ਪੀਪਲ ਦੇ ਲਈ ਇਹ ਏਕਲਵਿਆ ਸਕੂਲਸ ਦੀ ਗੱਲ ਕੀਤੀ ਹੈ, ਜ਼ਿਕਰ ਕੀਤਾ। ਤਾਂ ਉਹਨੂੰ ਲੈ ਕੇ ਤਾਂ ਹਜੇ ਪ੍ਰੋਬਲਮ ਹੈ, ਕੋਈ ਉਹਦੇ ਚ ਵੱਡੀ ਚੀਜ਼ ਨਹੀਂ ਆਈ। ਹਾਂ, ਹੈਲਥ ਸੈਕਟਰ ਨੂੰ ਲੈ ਕੇ ਇਟ ਵਾਸ ਬੀਇੰਗ ਐਂਟੀਸਿਪੇਟਡ ਕਿ ਸ਼ਾਇਦ ਜਿਹੜੀ ਆਯੁਸ਼ਮਾਨ ਭਾਰਤ ਸਕੀਮ ਹੈ, ਆਯੁਸ਼ਮਾਨ ਭਾਰਤ ਪਿੰਡਾਂ ਦੇ ਵਿੱਚੋਂ ਨਿਕਲ ਕੇ ਸ਼ਾਇਦ ਅਰਬਨ ਏਰੀਆਜ਼ ਦੇ ਵਿੱਚ ਵੀ ਆਏਗੀ, ਉਹਦਾ ਸਪੈਨ ਇਨਕਰੀਜ਼ ਹੋਏਗਾ। PLI ਸਕੀਮ ਸਿਮਿਲਰਲੀ ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਸੀਗੀਆਂ ਉਹਦੇ ਚ 14 ਖੇਤਰ ਜਿਹੜੇ ਨੇ ਕਵਰ ਹੁੰਦੇ ਨੇ, ਉਹਨਾਂ ਦਾ ਸਪੈਨ ਇਨਕਰੀਜ਼ ਹੋਏਗਾ। ਇਹ ਇਦਾਂ ਕੁਝ ਚੀਜ਼ਾਂ ਲੱਗਦਾ ਸੀ ਕਿ ਚੋਣਾਂ ਦੇ ਮੱਦੇਨਜ਼ਰ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਸਕੋਪ ਵਧਾਇਆ ਜਾਏਗਾ, ਬਟ ਸਮਹਾਉ the budget has missed it। ਹੈਲਥ ਸੈਕਟਰ ਦੇ ਵਿੱਚ ਐਲੋਕੇਸ਼ਨ ਜਿਹੜੀ ਹੈ ਜਿੰਨੀ ਚਾਹੀਦੀ ਸੀ ਉਨੀ ਨਹੀਂ ਹੋਈ ਹੈ। ਹੈਲਥ ਸੈਕਟਰ ਇਜ਼ ਆਲਰੇਡੀ ਪਲੇਗਡ ਬਾਈ the private sector players। ਸਰਕਾਰ ਨੇ ਹਜੇ ਵੀ ਮਹਿੰਗੀ ਸਿਹਤ ਜਿਹੜੀ ਪ੍ਰਾਈਵੇਟ ਹੱਥਾਂ ਦੇ ਪ੍ਰਾਈਵੇਟ ਹਸਪੀਟਲਾਂ ਦੇ ਹੱਥ ਦੇ ਵਿੱਚ, ਉਹਨੂੰ ਸਸਤਾ ਬਣਾਉਣ ਦੇ ਲਈ ਕੋਈ ਕੰਮ ਨਹੀਂ ਕੀਤਾ। ਜੇ ਦੇਖਿਆ ਜਾਵੇ ਓਵਰਆਲ ਬਜਟ ਤਾਂ ਆਮ ਇਨਸਾਨ ਜਿਹੜਾ ਕੰਮ ਕਰਦਾ ਜ਼ਮੀਨੀ ਸਤਰ ਤੇ, ਉਸ ਨੂੰ ਬਸ ਇਹੀ ਲੱਗ ਰਿਹਾ ਕਿ ਫੋਨ ਸਸਤੇ ਹੋ ਰਹੇ ਨੇ ਤੇ ਚਾਂਦੀ ਮਹਿੰਗੀ ਹੋਵੇਗੀ। ਮੈਡਮ, ਇਹਨਾਂ ਨੂੰ ਲੈ ਕੇ ਵੀ ਅਗੇਨ ਅਲੱਗ-ਅਲੱਗ ਵਿਊ ਪੁਆਇੰਟਸ ਨੇ। ਆਪਾਂ ਅਗਰ ਇਹ ਗੱਲ ਕਰਦੇ ਹਾਂ ਵੀ ਫੋਨ ਸਸਤੇ ਹੋਣਗੇ ਤਾਂ ਫਿਰ ਅਸੀਂ ਆਤਮ ਨਿਰਭਰਤਾ ਭਾਰਤ ਜਿਹੜੀ ਕਰ ਰਹੇ ਹਾਂ ਇੰਨੇ ਸਾਲਾਂ ਤੋਂ, ਜਿਹੜੀ ਆਤਮ ਨਿਰਭਰਤਾ ਦੀ ਗੱਲ ਕਰ ਰਹੇ ਹਾਂ ਵੀ ਸਾਡੀ ਆਪਣੀ
ਪ੍ਰੋਡਕਸ਼ਨ ਹੋਏਗੀ, ਜਿਹੜੀਆਂ ਇਕਾਈਆਂ ਨੇ ਜੀ। ਉਹਨਾਂ ਨੂੰ ਪ੍ਰੋਟੈਕਸ਼ਨਿਜ਼ਮ ਦਿੱਤਾ ਹੋਇਆ ਸੀਗਾ, ਉਹਨਾਂ ਨੂੰ ਪ੍ਰੋਟੈਕਸ਼ਨਿਸਟ ਰਜੀਮ ਦੇ ਵਿੱਚ ਲੈ ਕੇ ਗਏ ਸੀ, ਤਾਂ ਫਿਰ ਉਹ ਇੰਨੇ ਸਾਲਾਂ ਦੀ ਮਿਹਨਤ ਕਿੱਥੇ ਗਈ ਸਾਡੀ? ਜੀ ਜੇ ਅਸੀਂ ਹੁਣ ਉਹਨਾਂ ਨੂੰ ਇੰਪੋਰਟ ਹੀ ਕਰਨਾ ਹੈ, ਐਟ ਦਾ ਐਂਡ ਆਫ ਦਾ ਡੇ ਵੀ ਆਰ ਗੋਇੰਗ ਟੂ ਇੰਪੋਰਟ ਦ ਸੇਮ ਆਈਟਮਸ ਵਾਟ ਵੀ ਹੈਡ ਅਰਲੀਅਰ ਕਨਸੀਵਡ that they will be produced in India itself। ਤਾਂ ਉਹ ਡਾਇਕੋਟਮੀ ਜਿਹੜੀ ਹੈ, ਉਹ ਕਿਤੇ ਨਾ ਕਿਤੇ ਪ੍ਰੋਬਲਮ ਜਿਹੜੀ ਹੈ ਇਹਦੇ ਵਿੱਚ ਨਜ਼ਰ ਆ ਰਹੀ ਹੈ ਕਿ ਤੁਸੀਂ ਸੋਚਿਆ ਕੁਛ ਹੈ ਪਿਛਲੇ 6-7 ਸਾਲਾਂ 'ਚ, ਔਰ ਹੁਣ ਆ ਕੇ ਤੁਸੀਂ ਕਰ ਕੁਛ ਹੋਰ ਰਹੇ ਹੋ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਚਾਂਦੀ ਦੀ ਗੱਲ ਕਰਦੇ ਹਾਂ ਤਾਂ ਚਾਂਦੀ ਦਾ ਜਿਹੜਾ ਰੇਟ ਨੇ ਉਹਦੇ ਤੇ ਕਸਟਮ ਜਿਹੜੀ 15% ਦੀ ਵਧਾਤੀ ਹੈ, ਜੀ ਉਹ ਸਰਕਾਰ ਉਹ ਜਿਹੜਾ ਕਦਮ ਹੈ ਉਹਦਾ ਉਹਨੂੰ ਦੇਖੀਏ ਜੇ ਆਪਾਂ ਥੋੜਾ ਜਿਹਾ ਐਨਾਲਾਈਜ਼ ਕਰਕੇ, ਜਿਹੜੇ ਸੋਨਾ ਔਰ ਚਾਂਦੀ ਨੇ ਇਹ ਬਾਹਰੋਂ ਦੀ ਇੰਪੋਰਟ ਹੁੰਦੇ ਨੇ। ਜਦੋਂ ਇਹਨਾਂ ਨੂੰ ਅਸੀਂ ਇੰਪੋਰਟ ਕਰਦੇ ਹਾਂ, ਸਾਡੀ ਜਿਹੜੀ ਫੋਰਨ ਐਕਸਚੇਂਜ ਹੈ, ਆਪਣੇ ਭੰਡਾਰਾਂ ਦੇ ਵਿੱਚੋਂ ਫੋਰਨ ਐਕਸਚੇਂਜ ਰਿਜ਼ਰਵਸ ਦੇ ਵਿੱਚੋਂ ਦੀ ਪੈਸਾ ਬਾਹਰ ਜਾਂਦਾ। ਉਸ ਪੈਸੇ ਨੂੰ ਬਚਾਉਣ ਦੇ ਲਈ, ਡਾਲਰ ਦਾ ਆਊਟਗੋ ਰੋਕਣ ਦੇ ਲਈ ਇਸ ਚੀਜ਼ ਦੇ ਉੱਤੇ ਕਸਟਮ ਡਿਊਟੀ ਵਧਾਈ ਗਈ ਹੈ। ਹੁਣ ਜੇ ਮਹਿੰਗੇ ਰੇਟ ਦੇ ਉੱਤੇ ਵੀ ਲੋਕ ਖਰੀਦਣਗੇ ਤਾਂ ਇਹ ਕਿਤੇ ਨਾ ਕਿਤੇ ਸਰਕਾਰ ਨੂੰ 15% ਸਰਕਾਰ ਦੇ ਮਾਲੀਏ ਦੇ ਵਿੱਚ ਇਜ਼ਾਫਾ ਦੇਗੀ। ਤਾਂ ਸਰਕਾਰ ਨੂੰ ਦੋ ਪਾਸਿਓਂ ਫਾਇਦਾ ਹੋਏਗਾ। ਇੱਕ ਫਾਇਦਾ ਹੋਏਗਾ ਸਰਕਾਰ ਨੂੰ ਕਿ ਇਹਦਾ ਆਊਟਗੋ ਰੁਕੇਗਾ ਡਾਲਰ ਦਾ, ਔਰ ਅਗਰ ਨਹੀਂ ਰੁਕਦਾ ਆਊਟਗੋ ਫਿਰ ਵੀ ਲੋਕ ਉਸ ਦੇ ਬਾਵਜੂਦ ਹਾਈ ਰੇਟ ਦੇ ਉੱਤੇ ਵੀ ਲੋਕ ਜਿਹੜੇ ਨੇ ਚਾਂਦੀ ਲੈਣ ਦੀ ਕੋਸ਼ਿਸ਼ ਕਰਦੇ ਨੇ ਜਾਂ ਸੋਨਾ ਖਰੀਦਣ ਦੀ ਕੋਸ਼ਿਸ਼ ਕਰਦੇ ਆ, ਤਾਂ ਸਰਕਾਰ ਨੂੰ ਉਸ ਤੇ ਟੈਕਸ ਲਾ ਕੇ ਜ਼ਿਆਦਾ ਮਾਲੀਆ ਇਕੱਠਾ ਹੋਏਗਾ। ਜੀ ਇਨ ਦੈਟ ਡਾਇਰੈਕਸ਼ਨ ਜੀ that way ਇਹਦਾ ਜਿਹੜਾ ਫਾਇਦਾ ਹੈ ਸਰਕਾਰ ਨੂੰ ਹੋਏਗਾ। ਇਹਦੇ ਨਾਲ ਨੁਕਸਾਨ ਇਹ ਹੋ ਸਕਦਾ, ਇਹਦੀ ਸਮਗਲਿੰਗ ਇਨਕਰੀਜ਼ ਹੋ ਸਕਦੀ ਹੈ। ਚਾਂਸਸ ਇਹ ਬਣ ਜਾਂਦੇ ਨੇ ਜਦੋਂ ਤੁਸੀਂ ਜ਼ਿਆਦਾ ਸੋਨੇ ਤੇ ਜਾਂ ਚਾਂਦੀ ਤੇ ਟੈਕਸ ਲਾ ਦੋ ਤਾਂ ਉਹਦੀ ਸਮਗਲਿੰਗ ਜਿਹੜੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ। ਜੀ, ਤੇ ਇੱਥੇ ਇੱਕ ਹਾਈਲਾਈਟਡ ਪੁਆਇੰਟ ਇਹ ਵੀ ਸੀਗਾ ਕਿ ਜਿਹੜੇ ਮੁਫਤ ਰਾਸ਼ਨ ਮਿਲਦੇ ਸੀਗੇ ਲੋਕਾਂ ਨੂੰ ਉਹ ਜਾਰੀ ਰਹਿਣਗੇ। ਹਾਂਜੀ, ਉਹ ਸਕੀਮ ਜਿਹੜੀ ਹੈਗੀ ਹੈ ਉਹ ਪਹਿਲਾਂ ਸਰਕਾਰ ਨੇ 2020 ਦੇ ਵਿੱਚ ਪ੍ਰਾਈਮ ਮਿਨਿਸਟਰ ਗਰੀਬ ਕਲਿਆਣ ਅੰਨ ਯੋਜਨਾ PMGKAY ਲਿਆਂਦੀ ਸੀ, ਜਿਹਦੇ ਤਹਿਤ 5 ਕਿਲੋ ਆਟਾ ਚਾਵਲ ਜਿਹੜੇ ਨੇ ਉਹ ਗਰੀਬ ਲੋਕਾਂ ਤੇ 80 ਕਰੋੜ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਸ ਸਕੀਮ ਨੂੰ ਮਰਜ ਕਰਤਾ ਹੈ। ਉਸ ਸਕੀਮ ਨੂੰ ਜਿਹੜੀ ਅਸੀਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਅੰਡਰ ਜਿਹੜੀਆਂ ਸਕੀਮਸ ਚੱਲ ਰਹੀਆਂ ਉਹਦੇ ਵਿੱਚ ਹੀ ਉਹ ਸਕੀਮ ਮਰਜ ਹੋ ਗਈ ਹੈ। ਹੁਣ ਕੀ ਹੋਏਗਾ ਕਿ ਜਿਹੜੇ ਲੋਕ 80 ਕਰੋੜ ਲੋਕਾਂ ਨੂੰ ਰਾਸ਼ਨ ਤਾਂ ਮਿਲਦਾ ਰਹੇਗਾ, 1 ਸਾਲ ਦੇ ਲਈ ਮਿਲੇਗਾ, ਲੇਕਿਨ ਰਾਸ਼ਨ ਦੀ ਤਾਦਾਦ ਜਿਹੜੀ ਹੈ ਉਹ ਘਟ ਜਾਏਗੀ। ਪਹਿਲਾਂ 5 ਕਿਲੋ ਸੀ ਤਾਂ ਹੁਣ ਸ਼ਾਇਦ 3 ਕਿਲੋ ਤੱਕ ਉਹ ਜਾ ਰਹੀ ਹੈ। ਇੱਕ ਸੈਕਿੰਡ ਜਿਹੜੀ ਹੈ ਕਿ ਇਹੀ ਆਖਰੀ ਸਾਲ ਹੋਏਗਾ ਜਦੋਂ ਤੱਕ ਇਹ ਸਕੀਮ ਚੱਲੇਗੀ। ਇਸ ਤੋਂ ਬਾਅਦ ਸਿਰਫ ਜਿਹੜੇ ਰਾਸ਼ਨ ਕਾਰਡ ਹੋਲਡਰਸ ਨੇ ਉਹਨਾਂ ਨੂੰ ਮਿਲੇਗੀ ਔਨ ਸਬਸਿਡਾਈਜ਼ਡ ਰੇਟ ਤੇ, ਫ੍ਰੀ ਆਫ ਕਾਸਟ ਨਹੀਂ ਮਿਲੇਗੀ। 1 ਸਾਲ ਤੋਂ ਬਾਅਦ ਸਬਸਿਡਾਈਜ਼ਡ ਰੇਟਸ ਤੇ ਮਿਲੇਗੀ। 80 ਕਰੋੜ ਲੋਕਾਂ ਨੂੰ ਜਿਹੜਾ ਮੁਫਤ ਵਾਲਾ ਕੰਮ ਸੀਗਾ ਉਹ ਖਤਮ ਹੋ ਜਾਏਗਾ। ਜੀ, ਕਿਉਂਕਿ ਇਸ ਦੇ ਲਈ ਫੰਡ ਵੀ ਰੱਖਿਆ ਗਿਆ 2 ਲੱਖ ਕਰੋੜ, ਬਸ ਇਹਨਾਂ ਕਾ ਹੀ ਰੱਖਿਆ ਗਿਆ। ਤੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ 1 ਸਾਲ ਜਾਂ ਜ਼ਿਆਦਾ ਤੋਂ ਜ਼ਿਆਦਾ 2 ਸਾਲ ਤੱਕ ਇਹ ਸਕੀਮ ਚੱਲ ਸਕਦੀ ਆ। ਤੇ ਹੁਣ ਮੈਂ ਇਹ ਵੀ ਪੁੱਛਣਾ ਚਾਹਾਂਗੀ ਬਿਕਾਜ਼ ਇਸ ਬਜਟ ਦੇ ਵਿੱਚ ਟੈਕਸ ਦੀ ਗੱਲ ਬਹੁਤ ਜ਼ਿਆਦਾ ਹੋ ਰਹੀ ਹੈ। ਹਾਈਲਾਈਟਡ ਪੁਆਇੰਟ ਆ ਕਿ ਜੇ ਤੁਹਾਡੀ ਇਨਕਮ 7 ਲੱਖ ਆ ਤਾਂ ਤੁਹਾਨੂੰ ਟੈਕਸ ਨਹੀਂ ਪੇ ਕਰਨਾ ਪਵੇਗਾ। ਠੀਕ ਹੈ ਜੀ, ਇਸ ਸਾਲ ਦੇ ਵਿੱਚ ਇਹ ਪ੍ਰੋਵੀਜ਼ਨ ਆਈ ਹੈ 올ਡ ਟੈਕਸ ਰਿਜੀਮ ਵਾਲੇ ਜਿਹੜੇ ਕਿਉਂਕਿ ਸਰਕਾਰ ਨੇ 3 ਸਾਲ ਪਹਿਲਾਂ ਨਿਊ ਟੈਕਸ ਰਿਜੀਮ ਇੱਕ ਹੋਰ ਲਿਆਂਦਾ ਸੀ, ਜਿਸ ਦੇ ਤਹਿਤ ਕਿ 2.5 ਲੱਖ ਤੋਂ 5 ਲੱਖ, 5 ਲੱਖ ਤੋਂ 7.5 ਲੱਖ, 7.5 ਤੋਂ 10 ਲੱਖ, ਇਹ 10 ਸਲੈਬਸ ਬਣਾਈਆਂ ਸੀ। 15 ਲੱਖ ਤੋਂ ਉੱਪਰ ਵਾਲਿਆਂ ਦੇ ਉੱਤੇ 30% ਟੈਕਸ ਲੱਗਦਾ ਸੀ। ਹੁਣ ਜਿਹੜੀ ਸਕੀਮ ਸਰਕਾਰ ਲੈ ਕੇ ਆਈ ਹੈ ਉਹਦੇ ਚ 올ਡ ਟੈਕਸ ਰਿਜੀਮ ਵਾਲਿਆਂ ਦੇ ਉੱਤੇ 7 ਲੱਖ ਤੱਕ ਦੀ ਉਹਨਾਂ ਨੂੰ ਰਿਆਇਤ ਦਿੱਤੀ ਹੈ ਕਿ ਅਪ ਟੂ 7 ਲੱਖ ਉਹ ਨਹੀਂ ਲੱਗੇਗਾ। ਲੇਕਿਨ ਇਹ ਵੀ ਆਪਾਂ ਅਗਰ ਦੇਖੀਏ ਨਾ ਪੂਨਮ ਜੀ, ਇਹ ਜਿਹੜੀ ਸਕੀਮ ਹੈ ਇਹ ਵੀ ਸਿਰਫ ਇੱਕੋ ਹੀ ਸਾਲ ਹੈ। ਇਸ ਦੀ ਸ਼ੈਲਫ ਲਾਈਫ ਜਿਹੜੀ ਹੈ 1 ਸਾਲ ਹੈ, ਕਿਉਂਕਿ ਅਗਲੇ ਸਾਲ ਤਾਂ ਜੋ ਚਾਂਸਸ ਬਣ ਰਹੇ ਹੈ ਕਿ 올ਡ ਟੈਕਸ ਰਿਜੀਮ ਵਿਲ ਸੀਜ਼ ਟੂ ਐਗਜ਼ਿਸਟ, ਉਹ कहता ਵੀ ਉਹ ਖਤਮ ਹੋ ਜਾਏਗੀ। ਸਭ ਬੰਦੇ ਨਵੀਂ ਟੈਕਸ ਰਿਜੀਮ ਦੇ ਵਿੱਚ ਆ ਜਾਣਗੇ। ਨਵੀਂ ਟੈਕਸ ਦੇ ਵਿੱਚ ਜਿਹੜੀ ਆਪਾਂ ਪਹਿਲਾਂ ਚਰਚਾ ਕੀਤੀ ਹੈ ਕਿ ਉਸ ਦੇ ਵਿੱਚ ਤੁਹਾਨੂੰ ਸਮਾਲ ਸੇਵਿੰਗਸ ਜਿਹੜੀਆਂ ਨੇ ਉਹਦੀ ਐਗਜ਼ੰਪਸ਼ਨ ਨਹੀਂ ਮਿਲੇਗੀ। 80C ਦੇ ਅੰਡਰ, 80D ਦੇ ਅੰਡਰ, 80G ਦੇ ਅੰਡਰ ਤੱਕ ਐਗਜ਼ੰਪਸ਼ਨਸ ਨਹੀਂ ਮਿਲਣਗੀਆਂ। ਤਾਂ ਉਹ ਚੀਜ਼ ਜਿਹੜੀ ਹੈ
ਉਹ ਖਤਮ ਹੋ ਜਾਏਗੀ ਤਾਂ 올ਡ ਟੈਕਸ ਰਿਜੀਮ ਜਿਹੜੀ ਹੈ 1 ਸਾਲ ਦੇ ਲਈ ਜ਼ਰੂਰ ਲੋਕਾਂ ਨੂੰ 7 ਲੱਖ ਤੱਕ ਦਾ ਫਾਇਦਾ ਦੇਗੀ। ਇਹ ਸਾਲ ਜਿਹੜਾ ਹੈ 2024 ਤੱਕ ਜਦੋਂ ਤੋਂ ਇਹ ਸ਼ੁਰੂ ਹੋਏਗੀ 1 ਅਪ੍ਰੈਲ 2023 ਤੋਂ ਸ਼ੁਰੂ ਹੋ ਕੇ 31 ਮਾਰਚ 2024 ਤੱਕ ਜਾਏਗੀ। ਉਹਦੇ ਵਿੱਚ ਲੋਕਾਂ ਨੂੰ ਜ਼ਰੂਰ ਫਾਇਦਾ ਮਿਲੇਗਾ, ਐਗਜ਼ੈਂਪਸ਼ਨਸ ਲੋਕਾਂ ਨੂੰ ਮਿਲਣਗੇ। ਉਸ ਤੋਂ ਬਾਅਦ ਤਾਂ ਸਕੀਮ ਹੀ ਖਤਮ ਹੋ ਜਾਏਗੀ। ਤੇ ਹੁਣ ਓਵਰਆਲ ਜੇ ਗੱਲ ਕਰੀਏ 10 ਦੇ ਵਿੱਚ ਤੁਸੀਂ ਕਿੰਨੇ ਪੁਆਇੰਟਸ ਇਸ ਬਜਟ ਨੂੰ ਦੇਣਾ ਚਾਹੋਗੇ? ਮੈਮ ਅਗਰ ਆਪਾਂ ਇਹਨੂੰ ਥੋੜਾ ਜਿਹਾ ਸਵਾਲ ਨੂੰ ਮਰੋੜ ਕੇ ਪੁੱਛ ਲਈਏ ਨਾ ਵੀ ਇਹ ਬਜਟ ਨੇ ਲੋਕਾਂ ਨੂੰ ਦਿੱਤਾ ਕੀ, ਮੈਂ ਅਗਰ ਇਹਨੂੰ ਇਦਾਂ ਦੇਖਾਂ ਵੀ ਇਸ ਬਜਟ ਨੇ ਲੋਕਾਂ ਤੋਂ ਲਿੱਤਾ ਕੀ ਹੈ ਤਾਂ ਉਹ ਜ਼ਿਆਦਾ ਨੰਬਰ ਦਿੱਤੇ ਜਾ ਸਕਦੇ ਆ ਕਿ ਇਸ ਬਜਟ ਨੇ ਜਿੰਨਾ ਦਿੱਤਾ ਨਹੀਂ, ਜਿੰਨਾ ਲੋਕਾਂ ਤੋਂ ਵਾਪਸ ਲੈ ਲਿਆ ਹੈਗਾ। ਜਿੰਨੀਆਂ ਉਮੀਦਾਂ ਸੀਗੀਆਂ ਉਹ ਸਭ ਦੇ ਹੈਵ ਬੀਨ ਸ਼ੈਟਰਡ। ਜੀ ਜੀ, ਜੋ ਐਕਸਪੈਕਟੇਸ਼ਨ ਸੀਗੀਆਂ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚੇਗੀ, ਚੋਣਾਂ ਦੇ ਸਾਹਮਣੇ ਹਰ ਬੰਦੇ ਨੂੰ ਕੁਛ ਨਾ ਕੁਛ ਟੱਚ ਕਰਨ ਦੀ ਕੋਸ਼ਿਸ਼ ਕਰੇਗੀ, ਉਹ ਤਾਂ ਨਹੀਂ ਹੋਇਆ। ਤਾਂ ਮੇਰੇ ਖਿਆਲ ਨਾਲ ਇਹਦੇ ਜਿਸ ਤਰੀਕੇ ਦੀ ਲਾਈਨ ਟੋ ਕਰ ਰਹੀ ਹੈ ਬਜਟ ਕਿ 2047 ਅੰਮ੍ਰਿਤਕਾਲ ਸਪਤਰਿਸ਼ੀ ਐਂਡ ਆਲ ਦੈਟ, ਉਹਦੇ ਤਾਂ ਨੰਬਰ 5 ਮਿਲ ਜਾਂਦੇ ਨੇ। ਬਾਕੀ ਜਦੋਂ ਤੱਕ ਕਲੈਰਿਟੀ ਦੀ ਗੱਲ ਹੈ ਉੱਥੇ ਤਾਂ ਕੁਛ ਨਹੀਂ ਜੀ ਮਿਲਦੇ। ਕਲੈਰਿਟੀ देयर इज अ lack of clarity ਮੈਡਮ। ਮੈਂ ਤਾਂ ਦੱਸ ਰਿਹਾ ਵੀ देयर इज and we have already discussed about it, there is a lack of clarity। ਕਲੈਰਿਟੀ ਹੈ ਨਹੀਂ ਗੀ, ਐਂਬੀਗੁਇਟੀਜ਼ ਜ਼ਿਆਦਾ ਨੇ। ਤੁਸੀਂ ਸੇਵਿੰਗਸ ਨੂੰ ਕਿੱਥੋਂ ਲੈ ਕੇ ਜਾ ਰਹੇ ਹੋ, ਸਟਾਰਟਅਪਸ ਨੂੰ ਤੁਸੀਂ ਕਦੋਂ ਪ੍ਰਮੋਟ ਕਰ ਰਹੇ ਹੋ, ਮਾਰਕੀਟ ਬੋਰੋਇੰਗਸ ਤੁਸੀਂ ਖਰੀਦਣ ਜਾ ਰਹੇ ਹੋ, ਮਾਰਕੀਟ ਦੇ ਵਿੱਚੋਂ ਤੁਸੀਂ ਲੋਨ ਲੈਣ ਜਾ ਰਹੇ ਹੋ ਜਦਕਿ ਵਿਆਜ ਜਿਹੜਾ ਆਲਰੇਡੀ ਹਾਈ ਹੈ and you are going to borrow almost 12 ਲੱਖ ਕਰੋੜ ਜੀ, 12 ਲੱਖ ਕਰੋੜ ਰੁਪਏ ਤੇ ਵਿਆਜ ਜਿਹੜਾ ਤੁਸੀਂ 2014 ਦੇ ਵਿੱਚ ਵਿਆਜ ਚੁੱਕਿਆ ਸੀਗਾ ਉਹਦੇ 10 ਸਾਲ ਦੀ ਮਿਆਦ ਸੀ, ਉਹ ਖਤਮ ਹੋ ਰਹੀ ਹੈ 2023-24 ਵਿੱਚ। ਯੂ ਹੈਵ ਟੂ ਰੀਪੇ ਦੈਟ ਪ੍ਰਿੰਸੀਪਲ ਅਮਾਉਂਟ ਅਲੋਂਗ ਵਿਦ ਦ ਇੰਟਰਸਟ। ਤੇ ਤੁਸੀਂ ਹੁਣ ਦੁਬਾਰਾ ਲੋਨ ਲੈਣ ਜਾ ਰਹੇ ਹੋ, ਤੁਸੀਂ ਮੁੜ ਕੇ ਲੋਨ ਲੈਣ ਚੱਲੇ ਹੋ, ਉਹ ਵੀ ਹਾਈ ਰੇਟ ਦੇ ਉੱਤੇ, ਜਦੋਂ ਅੱਜ ਵਿਆਜ ਜਿਹੜੇ ਹੈ ਜ਼ਿਆਦਾ ਨੇ। देयर इज some confusion in it। ਜੀ, ਬਹੁਤ-ਬਹੁਤ ਸ਼ੁਕਰੀਆ ਰਾਜੀਵ ਜੀ ਤੁਹਾਡਾ ਸਾਡੇ ਨਾਲ ਜੁੜਨ ਤੇ ਇਸ ਬਜਟ ਨੂੰ ਲੈ ਕੇ ਵਿਚਾਰ ਦੇਣ ਲਈ ਤੇ ਇਹ ਵੀ ਸਮਝਾਉਣ ਲਈ ਕਿ ਇਸ ਬਜਟ ਦੇ ਵਿੱਚ ਕੀ ਕੁਝ ਖਾਸ ਆ ਤੇ ਜਿਹੜੀਆਂ ਉਮੀਦਾਂ ਲਗਾਈਆਂ ਗਈਆਂ ਸੀ ਉਹ ਉਮੀਦਾਂ ਕਿੰਨੀਆਂ ਕਿ ਪੂਰੀਆਂ ਹੋਈਆਂ। ਬਹੁਤ-ਬਹੁਤ ਸ਼ੁਕਰੀਆ ਜੀ।